ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਜੋਧਾ ਬਲੀ ਬਸ ਭਗਤਨ ਕੇ ਨੀਤ। ਇਕ ਦਿਨ ਬੈਠੇ ਸਭਾ ਮਹਿ ਦਰਸਹਿ ਸਿੱਖ ਮੁਦ ਚੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਦਿਆਲੂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਮਾਲਕ ਪਿਤਾ ਪਰਮੇਸ਼ਰ ਦੀ ਪਾਵਨ ਗੋਦ ਅੰਦਰ ਬਾਜਾਂ ਵਾਲੇ ਚੋਜੀ ਪ੍ਰੀਤਮ ਸਰਬੰਸ ਦਾਨੀ ਮਰਦੇ ਅਗੰਮੜੇ ਆਪੇ ਗੁਰ ਚੇਲਾ ਤੇਗ ਕਲਮ ਦੇ ਧਨੀ ਹਜੂਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਪਾਵਨ ਨਿਵਾਜੇ ਹੋਏ ਮਹਾਨ ਪਵਿੱਤਰ ਪ੍ਰਗਟ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਂ ਤੇ ਗੁਰੂ ਕੀ ਪਾਵਨ ਗੋਦ ਅੰਦਰ ਗੁਰੂ ਕੇ ਤਰਸ ਦੇ ਸਦਕਾ ਜੁੜ ਬੈਠੇ ਗੁਰੂ ਸਵਾਰੇ ਖਾਲਸਾ ਜੀਓ। ਆਓ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਮਾਲਕ ਦੀਆਂ ਬਖਸ਼ਿਸ਼ਾਂ ਮਿਹਰਾਮਤਾਂ ਦਾ ਮੀਂਹ ਵਰਸਦਾ ਹੈ। ਹਜੂਰ ਨੇ ਬੜੇ ਤਰਸ ਦੇ ਘਰ ਵਿੱਚ ਆ ਕੇ ਸਾਡੇ ਤੁਹਾਡੇ ਸਭਨਾ ਕਲਯੁਗੀ ਜੀਵਾਂ ਦੇ ਕੋਈ ਪੂਰਬਲੇ ਸ਼ੁਭ ਕਰਮ ਜਿਨ੍ਹਾਂ ਨੂੰ ਪਾਤਸ਼ਾਹ ਨੇ ਭਾਗ ਲਾਏ ਨੇ ਕਿ ਹਜ਼ੂਰ ਦੇ ਸਰਗੁਣ ਸਰੂਪ ਦੇ ਪਾਵਨ ਅਗੰਮੀ ਚੋਜ ਅਗੰਮੀ ਕੌਤਕ ਇਸ ਮਨੁੱਖਾ ਦੇਹੀ ਅੰਦਰ ਆਪਾਂ ਨੂੰ ਸਰਵਣ ਕਰਨ ਦਾ ਸੁਭਾਗ ਮਿਲਿਆ ਹੈ। ਮਨੁੱਖਾ ਦੇਹੀਆਂ ਮਨੁੱਖਾ ਸਰੀਰ ਪਹਿਲਾਂ ਵੀ ਬੜੀ ਵਾਰ ਭੋਗੇ ਨੇ ਪਰ ਸ਼ਾਇਦ ਉਹਨਾਂ ਜਨਮਾਂ ਵਿੱਚ ਗੁਰੂ ਕੀਆਂ ਬਾਤਾਂ ਗੁਰੂ ਕੀਆਂ ਕਥਾ ਕਹਾਣੀਆਂ ਕਹਿਣ ਸੁਣਨ ਦਾ ਸੁਭਾਗ ਨਾ ਨਸੀਬ ਹੋਇਆ। ਇਸ ਕਰਕੇ ਵਾਰ-ਵਾਰ ਸਾਨੂੰ ਸਭਨਾ ਨੂੰ ਜਨਮ ਮਰਨ ਪ੍ਰਾਪਤ ਹੋਇਆ। ਇਸ ਮਨੁੱਖਾ ਦੇਹੀ ਤੇ ਮਾਲਕ ਨੇ ਤਰਸ ਕੀਤਾ ਹੈ ਕਿ ਆਪਣੇ ਪਾਵਨ ਇਤਿਹਾਸ ਸਰਵਣ ਕਰਨ ਦਾ ਸੁਭਾਗ ਬਖਸ਼ਿਆ। ਸੋ ਆਓ ਹਜੂਰ ਦੀਆਂ ਇਹਨਾਂ ਬਖਸ਼ਿਸ਼ਾਂ ਦੇ ਪਾਤਰ ਬਣਦਿਆਂ ਜੋ ਕੱਲ ਤੱਕ ਸਰਵਣ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾਤਾਰ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੂੰ ਨਿਵਾਜਦੇ ਨੇ, ਸਾਰਿਆਂ ਨੂੰ ਅਥਾਹ ਪ੍ਰੇਮ ਬਖਸ਼ਦੇ ਨੇ। ਆਪਣੇ ਪੁੱਤਰੇ ਸ਼੍ਰੀ ਹਰਿ ਰਾਏ ਜੀ ਨੂੰ ਬੜਾ ਪ੍ਰੇਮ ਕਰਦੇ ਨੇ, ਜਿਸ ਨੂੰ ਦੇਖ ਕੇ ਜੋ ਭਾਵਨਾ ਵਾਲੀਆਂ ਸੰਗਤਾਂ ਨੇ, ਜਿੰਜ ਕਹਿ ਲਓ ਜਿਹੜੇ ਉੱਚ ਅਵਸਥਾ ਵਾਲੇ ਗੁਰਸਿੱਖ ਨੇ, ਉਹਨਾਂ ਨੂੰ ਇਸ ਗੱਲ ਦਾ ਗਿਆਤ ਹੋ ਚੁੱਕਾ ਹੈ ਕਿ ਇਹ ਗੁਰੂ ਜੋਤ ਅਗਲਾ ਜੋ ਪਾਵਨ ਸਰੀਰ ਜਿਸ ਨੇ ਸਾਂਭਣੀ ਹੈ ਉਹ ਸ਼੍ਰੀ ਹਰਿ ਰਾਏ ਸਾਹਿਬ ਜੀ ਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਮਹਿਲ ਸਤਿਕਾਰਯੋਗ ਸਾਡੇ ਮਾਤਾ ਮਰਵਾਹੀ ਜੀ ਅਤੇ ਸਾਹਿਬ ਜੀ ਦੇ ਮਹਿਲ ਮਾਤਾ ਨਾਨਕੀ ਜੀ, ਇਹ ਸਾਰਾ ਚੋਜ ਇਹ ਕੌਤਕ ਜਦੋਂ ਦੇਖਦੇ ਨੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ ਤੇ ਉਹ ਸਵਾਲ ਆਪਣੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਆਪਣੇ ਪਤੀ ਸਰੂਪ ਗੁਰੂ ਦੇ ਨਾਲ ਸਾਂਝਾ ਕਰਦੇ ਨੇ। ਮਰਵਾਹੀ ਜੀ ਕਹਿੰਦੇ ਨੇ ਕਿ ਹਜੂਰ ਪਾਤਸ਼ਾਹ ਦੇਖੋ, ਬਾਬਾ ਗੁਰਦਿੱਤਾ ਸਾਹਿਬ ਜੀ ਸਾਰਿਆਂ ਤੋਂ ਵੱਡੇ
ਬੜੇ ਕਮਾਈ ਵਾਲੇ ਸਨ, ਪਰ ਉਹ ਸਰੀਰ ਜਿਹੜਾ ਉਹਨਾਂ ਸੰਕੋਚ ਲਿਆ ਹੈ। ਹਜੂਰ ਪਾਤਸ਼ਾਹ ਜੀ ਜੇ ਆਪ ਜੀ ਦਾ ਝੁਕਾਅ, ਆਪ ਜੀ ਦਾ ਰੁਝਾਨ ਦੇਖਦੇ ਹਾਂ ਤੇ ਪੋਤਰੇ ਵੱਲ ਜ਼ਿਆਦਾ ਹੈ, ਤੇ ਮਹਾਰਾਜ ਇੰਜ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਇਹ ਗੁਰਤਾ ਜਿਹੜੀ ਹੈ ਹੁਣ ਪੋਤਰੇ ਨੂੰ ਬਖਸ਼ੋਗੇ। ਪਰ ਮਹਾਰਾਜ ਦੂਸਰੇ ਪਾਸੇ ਤੁਹਾਡੇ ਸਪੁੱਤਰ ਸੂਰਜਮਲ ਜੀ ਹਨ, ਕਿ ਇਹ ਗੁਰਤਾ ਉਹਨਾਂ ਦੀ ਝੋਲੀ 'ਚ ਨਹੀਂ ਪੈਣੀ ਚਾਹੀਦੀ, ਕਿ ਇਹ ਦਾਤ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ। ਉਹ ਸਰਬ ਪ੍ਰਕਾਰ ਕਰਕੇ ਯੋਗ ਹਨ, ਉਹ ਸੰਗਤ ਦੀ ਅਗਵਾਈ ਵੀ ਬੜੀ ਸੋਹਣੀ ਕਰਦੇ ਨੇ, ਉਹ ਸੰਗਤ ਦਾ ਪ੍ਰਬੰਧ ਵੀ ਬੜਾ ਸੋਹਣਾ ਕਰਦੇ ਨੇ, ਉਹ ਤੁਹਾਡੇ ਘਰ ਦੇ ਵਿੱਚ ਜਿਤਨਾ ਕੁਝ ਹੈ ਸਾਰੇ ਸਾਰ ਸੰਭਾਲ ਵੀ ਬੜੀ ਸੋਹਣੀ ਕਰਦੇ ਨੇ, ਬੰਦਗੀ ਵੀ ਕਰਦੇ ਨੇ, ਸਿਮਰਨ ਵੀ ਕਰਦੇ ਨੇ, ਅੰਦਰ ਗੁਰਸਿੱਖੀ ਵੀ ਹੈ, ਸਿੱਖੀ ਭਾਵਨਾ ਵੀ ਹੈ, ਗੁਰਮਤ ਵੀ ਹੈ। ਸੋ ਮਹਾਰਾਜ ਮੈਂ ਜਦੋਂ ਇਹ ਸਾਰਾ ਕੁਝ ਦੇਖਦੀ ਹਾਂ ਤੇ ਮੇਰੀ ਭਾਵਨਾ ਕਹਿੰਦੀ ਕਿ ਇਹ ਜੋਤ, ਇਸ ਜੋਤ ਦੇ ਮਾਲਕ ਅੱਗੇ ਸੂਰਜਮਲ ਜੀ ਹੋਣੇ ਚਾਹੀਦੇ ਨੇ। ਤਾਂ ਹਜੂਰ ਪਾਤਸ਼ਾਹ ਬੜੇ ਪਿਆਰ ਵਿੱਚ ਆ ਕੇ ਸਮਝਾਉਂਦੇ, ਨਹੀਂ ਇਹ ਅਕਾਲ ਪੁਰਖ ਦੇ ਘਰ ਦੀਆਂ ਦਾਤਾਂ ਨੇ, ਇਹ ਤੁਰ ਦਰਗਾਹ ਤੋਂ ਬਖਸ਼ਿਸ਼ਾਂ ਨੇ ਜਿਸ ਦੀ ਝੋਲੀ ਵਿੱਚ ਪੈਂਦੀਆਂ ਨੇ। ਇੱਥੇ ਬਾਬਾ ਲਖਮੀ ਦਾਸ, ਬਾਬਾ ਸ਼੍ਰੀ ਚੰਦ ਦਾ ਜੀਵਨ ਵੀ ਦੇਖਦੇ ਹਾਂ, ਉਹ ਗੁਰੂ ਪੁੱਤਰ ਹੋ ਕੇ ਵੀ ਇਸ ਇਲਾਹੀ ਦਾਤ ਦੇ ਮਾਲਕ ਨਾ ਬਣ ਸਕੇ। ਦਾਤੂ ਤੇ ਦਾਸੂ ਦੀ ਦਾਸਤਾਂ ਵੀ ਸਾਡੇ ਸਾਹਮਣੇ ਹੈ, ਬਾਬਾ ਮੋਹਨ, ਬਾਬਾ ਮੋਹਰੀ ਜੀ ਦਾ ਇਤਿਹਾਸ ਸਾਡੇ ਸਾਹਮਣੇ ਹੈ। ਤਾਂ ਹਜੂਰ ਪਾਤਸ਼ਾਹ ਕਹਿੰਦੇ ਬਾਕੀ ਜੋ ਤੁਸੀਂ ਇਹ ਫਿਕਰ ਕਰਦੇ ਹੋ ਕਿ ਜੇ ਗੁਰਤਾ ਪੋਤਰੇ ਨੂੰ ਮਿਲ ਗਈ ਤੇ ਸੂਰਜਮਲ ਜੀ ਕੀ ਕਰਨਗੇ, ਤਾਂ ਸਾਹਿਬ ਕਹਿੰਦੇ ਸੰਗਤਾਂ ਬਹੁਤ ਬੇਅੰਤ ਦਾਤਾਂ ਜਿਹੜੀਆਂ ਨੇ ਸਾਡੇ ਗੁਰਸਿੱਖਾਂ ਨੂੰ ਬਖਸ਼ਦੀਆਂ ਨੇ, ਇਹ ਤਾਂ ਫਿਰ ਸਾਡਾ ਖੂਨ ਹੈ। ਇਸ ਕਰਕੇ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਏਗੀ, ਤੁਸੀਂ ਕੋਈ ਚਿੰਤਾ ਨਾ ਕਰੋ। ਹਾਂ, ਇਹ ਇਲਾਹੀ ਜੋਤ ਦੇ ਮਾਲਕ, ਇਹ ਤਾਂ ਤੁਰ ਦਰਗਾਹ ਤੋਂ ਜਿਸ ਨੇ ਮਸਤਕ ਤੇ ਲਿਖਾਈ ਹੈ ਉਹਨੂੰ ਪ੍ਰਾਪਤ ਹੋਏਗੀ। ਬਾਕੀ ਮੇਰੀਆਂ ਸੰਗਤਾਂ ਕਿਸੇ ਪ੍ਰਕਾਰ ਦੀ ਕਮੀ ਜਿਹੜੀ ਹੈ ਉਹ ਸੂਰਜਮਲ ਜੀ ਨੂੰ ਨਹੀਂ ਰਹਿਣ ਦੇਣਗੀਆਂ। ਇੰਜ ਹਜੂਰ ਪਾਤਸ਼ਾਹ ਜੀ ਨੇ ਫਿਰ ਸਾਰੇ ਅਗੰਮੀ ਬਚਨ ਜਿਹੜੇ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੇ ਕੀਤੇ ਨੇ। ਤੇ ਗੁਰੂ ਕੇ ਮਹਿਲ ਮਾਤਾ ਮਰਵਾਹੀ ਜੀ ਵਾਰ-ਵਾਰ ਇਹ ਸ਼ਬਦ ਜਦੋਂ ਵੀ ਮਿਲਦੇ ਨੇ ਉਦੋਂ ਹੀ ਦੁਹਰਾਉਂਦੇ ਨੇ ਕਿ ਸੂਰਜਮਲ ਜੀ ਦਾ ਕੀ ਬਣੇਗਾ। ਤਾਂ ਹਜੂਰ ਪਾਤਸ਼ਾਹ ਵਾਰ-ਵਾਰ ਇਹੀ ਤਰਵਾਸ ਦਿੰਦੇ ਨੇ, ਤੁਸੀਂ ਚਿੰਤਾ ਨਾ ਕਰੋ, ਗੁਰੂ ਨਾਨਕ ਦੇ ਘਰ ਦੀਆਂ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹਨਾਂ ਵਿੱਚੋਂ ਬਹੁਤ ਬਖਸ਼ਿਸ਼ਾਂ ਦਾ ਮਾਲਕ ਜਿਹੜਾ ਉਹ ਸੂਰਜਮਲ ਨੂੰ ਬਣਾਵਾਂਗੇ, ਤੇ ਬਹੁਤ ਕੁਝ ਜਿਹੜਾ ਗੁਰੂ ਕੀਆਂ ਸੰਗਤਾਂ ਤੇ ਸਾਡੇ ਘਰ ਦੇ ਵਿੱਚੋਂ ਉਹਨੂੰ ਪ੍ਰਾਪਤ ਹੋਏਗਾ। ਸੋ ਇੰਝ ਹਜੂਰ ਪਾਤਸ਼ਾਹ ਦੇ ਨਾਲ ਇਹ ਅਗੰਮੀ ਵਚਨ ਜਿਹੜੇ ਚੱਲ ਰਹੇ ਨੇ, ਜੋ ਕੱਲ ਤੱਕ ਆਪਾਂ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕੀਤੇ ਨੇ। ਆਓ ਅਗਲੀ ਪਾਵਨ ਲੜੀ ਨੂੰ ਅਗਾਂਹ ਤੋਰਨ ਦਾ ਯਤਨ ਕਰੀਏ। ਜਿਤਨੇ ਵੀ ਸਰੀਰ ਸਰਵਣ ਕਰ ਰਹੇ ਹੋ ਜਾਂ ਕਰਨ ਲੱਗੇ ਹੋ, ਅਰਦਾਸ ਕਰੋ ਮਾਲਕ ਸਾਈਂ ਜੀ ਸਾਨੂੰ ਸਭਨਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ। ਬੜੀ ਭਾਵਨਾ ਦੇ ਨਾਲ, ਬੜੇ ਅਕੀਦੇ, ਸ਼ਿੱਦਤ, ਸ਼ਰਧਾ ਦੇ ਨਾਲ ਆਪਣੇ ਇਤਿਹਾਸ ਨੂੰ ਕਥਨ ਕਰਨ ਦਾ, ਸਰਵਣ ਕਰਨ ਦਾ ਸਾਨੂੰ ਬਲ ਬਖਸ਼ਿਸ਼ ਕਰੋ। ਆਓ ਜਿਤਨੇ ਵੀ ਸਰੀਰ ਸੰਸਾਰ ਭਰ ਵਿੱਚ ਬੈਠੇ ਹੋ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸ੍ਰੀ ਸਤਿਗੁਰ ਜੋਧਾ ਬਲੇ ਬਸ ਭਗਤਨ ਕੇ ਨੀਤ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜੋ ਬੜੇ ਬਲੀ, ਬੜੇ ਯੋਧਾ ਸਤਿਗੁਰੂ ਹਨ, ਜੋ ਸਦਾ ਆਪਣੇ ਭਗਤਾਂ ਦੇ ਵਸ ਵਿੱਚ ਹਨ, ਜਿਹਨੂੰ ਬਾਣੀ ਬਚਨ ਕਹਿ ਰਹੀ, ਤੂੰ ਭਗਤਨ ਕੈ ਵਸ ਭਗਤਾਂ ਤਾਨ ਤੇਰਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੋ ਸਦਾ ਭਗਤੀ ਤੇ ਭਗਤਾਂ ਦੇ ਵਸੀਭੂਤ ਹਨ। ਇੱਕ ਦਿਨ ਬੈਠੇ ਸਭਾ ਮਹਿ ਦਰਸਹਿ ਸਿੱਖ ਮੁਦ ਚੀਤ। ਤੇ ਹਜੂਰ ਪਾਤਸ਼ਾਹ ਆਪਣੇ ਰੋਜ਼ਾਨਾ ਦੇ ਸੁਭਾਅ ਮੁਤਾਬਕ ਇੱਕ ਦਿਨ ਸਭਾ ਵਿੱਚ ਬੈਠੇ ਨੇ, ਸੰਗਤ ਵਿੱਚ ਬੈਠੇ ਨੇ, ਤੇ ਬੇਅੰਤ ਗੁਰਸਿੱਖ ਜਿਹੜੇ ਨੇ, ਜਿਵੇਂ ਕਮਲ ਨੂੰ ਭੌਰਾ ਪ੍ਰੀਤ ਕਰਦਾ, ਜਿਵੇਂ ਚੰਦ ਨੂੰ ਚਕੋਰ ਪ੍ਰੀਤ ਕਰਦੀ ਹੈ, ਇਸ ਤਰ੍ਹਾਂ ਬੜੀ ਭਾਵਨਾ ਦੇ ਨਾਲ ਇੱਕ ਟਿਕ ਲਗਾ ਕਰਕੇ ਹਜੂਰ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਨ। ਚੌਪਈ ਕਿਨੂੰ ਖਬਰ ਆਏ ਤਬ ਦੀਨ। ਇੱਕ ਸਿੱਖ ਆਇਆ ਹੈ ਤੇ ਉਹਨੇ ਹਜੂਰ ਪਾਤਸ਼ਾਹ ਨੂੰ ਆ ਕਰਕੇ ਇੱਕ ਖਬਰ ਸੁਣਾਉਣੀ ਕੀਤੀ। ਗੋਇੰਦਵਾਲ ਬਾਸ ਜਿਨ ਕੀਨ। ਕਿ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ, ਅੱਜ ਮੈਂ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਇੱਕ ਖਬਰ ਲੈ ਕੇ ਆਇਆ। ਉਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਜਿੱਥੇ ਕਦੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਤੇ ਫਿਰ ਸਾਹਿਬ ਪਾਤਸ਼ਾਹ ਜੀ ਦੇ ਪਰਿਵਾਰ ਨੇ ਵਾਸਾ ਕੀਤਾ ਹੈ। ਭੱਲਿਆਨ ਕੀ ਕੁਲ ਭਗਤ ਵਿਸਾਲਾ। ਜਿਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭੱਲਿਆਂ ਦੀ ਵਿਸ਼ਾਲ ਕੁਲ ਜਿਹੜੀ ਹੈ
ਉਹ ਅੱਜ ਵੀ ਸੁਭਾਏਮਾਨ ਹੈ। ਸਿੱਖੇ ਕੋ ਪ੍ਰਕਾਸ਼ ਸਭ ਕਾਲਾ। ਜਿਸ ਥਾਂ ਤੋਂ ਜਿਸ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਸੀ ਤੇ ਅੱਜ ਵੀ ਕਿਹਾ ਜਾਂਦਾ ਇਤਿਹਾਸ ਅੰਦਰ ਗੋਇੰਦਵਾਲ ਸਿੱਖੀ ਦਾ ਧੁਰਾ ਹੈ। ਉੱਥੇ ਲਿਖਿਆ ਵੀ ਹੋਇਆ, ਜੇ ਆਪਾਂ ਜਾ ਕੇ ਕਦੀ ਪੜ੍ਹੀਏ ਤਾਂ ਸਿੱਖ ਦੱਸਦਾ ਹੈ ਕਿ ਮਹਾਰਾਜ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਜਿਹੜੀ ਹੈ, ਜਿਸ ਧਰਤੀ ਤੇ ਸਿੱਖੀ ਦਾ ਬੜਾ ਮਹਾਨ ਪ੍ਰਕਾਸ਼ ਹੈ। ਸ੍ਰੀ ਗੁਰ ਅਮਰਦਾਸ ਕੀ ਅੰਸ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਹੜੀ ਅੰਸ਼ ਵੰਸ਼ ਹੈ, ਸੁਤ ਪੌਤਰੇ ਨਾਤੀ ਬੜ ਬੰਸ। ਜਿਸ ਅੰਸ਼ ਵੰਸ਼ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰ ਪੋਤਰੇ ਅਤੇ ਦੋਤੇ ਆਦਿਕ ਹਨ। ਮੋਹਨ ਅਪਰ ਮੋਹਰੀ ਜੇ। ਜਿਨ੍ਹਾਂ ਵਿੱਚ ਹਜੂਰ ਪਾਤਸ਼ਾਹ ਦੇ ਪੁੱਤਰ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਹਨ। ਪਾਪਰ ਲੋਕ ਦੇਹ ਤਜ ਸੇ। ਪਰ ਮਹਾਰਾਜ ਇਹ ਤਾਂ ਆਪ ਜੀ ਜਾਣਦੇ ਹੀ ਹੋ ਕਿ ਬਾਬਾ ਮੋਹਨ ਜੀ ਵੀ ਸਰੀਰ ਤਿਆਗ ਦਿੱਤਾ ਹੈ, ਬਾਬਾ ਮੋਹਰੀ ਜੀ ਵੀ ਸਰੀਰ ਤਿਆਗ ਦਿੱਤਾ। ਹੋਰ ਵੀ ਗੁਰਸਿੱਖ ਜਿਹੜੇ ਸਨ, ਗੁਰੂ ਪਰਿਵਾਰ ਦੀ ਅੰਸ਼ ਵੰਸ਼ ਵਿੱਚੋਂ ਸਨ, ਉਹ ਬੇਅੰਤ ਗੁਰਸਿੱਖਾਂ ਨੇ, ਗੁਰੂ ਪਿਆਰ ਵਾਲਿਆਂ ਨੇ ਸਰੀਰ ਤਿਆਗ ਦਿੱਤੇ ਹਨ। ਸੰਤ ਮਨੋਹਰ ਦਾਸ ਵਿਸਾਲਾ। ਪਰ ਮਹਾਰਾਜ ਜੀ ਇੱਕ ਸੰਤ ਮਨੋਹਰ ਦਾਸ, ਜਿਸ ਦਾ ਨਾਮ ਮਨੋਹਰ ਦਾਸ ਹੈ, ਉਹਨੂੰ ਸੰਤ ਦੀ ਉਪਾਧੀ ਸੀ। ਦੇਖੋ ਕਈ ਵਾਰ ਅੱਜ ਕੁਝ ਅਣਜਾਣ ਇਹ ਵੀ ਕਹਿੰਦੇ, ਲਓ ਜੀ ਇਹ ਸੰਤ ਸ਼ਬਦ ਜਿਹੜਾ ਹੈ ਇਹ ਕੁਝ ਕੁ ਸਾਲ ਪਹਿਲਾਂ ਹੀ ਪੰਥ ਦੇ ਵਿੱਚ ਆਇਆ ਇਤਿਹਾਸ 'ਚ, ਤੇ ਗੁਰੂ ਸਾਹਿਬ ਦੇ ਸਮੇਂ ਤੇ ਕੋਈ ਸੰਤ ਹੋਇਆ ਹੀ ਨਹੀਂ। ਇੱਥੇ ਇਤਿਹਾਸ ਬੜਾ ਕੂਕ ਕੇ ਉੱਚੀ ਆਵਾਜ਼ ਵਿੱਚ ਕਹਿ ਰਿਹਾ ਹੈ ਕਿ ਸੰਤ ਮਨੋਹਰ ਦਾਸ, ਉਹਨੂੰ ਸੰਤ ਸ਼ਬਦ ਦੀ ਉਪਾਧੀ ਸੀ ਤੇ ਮਨੋਹਰ ਦਾਸ ਉਹਦਾ ਨਾਮ ਸੀ। ਗੁਰਸਿੱਖ ਆ ਕੇ ਦੱਸਦਾ ਹੈ ਕਿ ਮਹਾਰਾਜ ਉਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਹੜਾ ਮਹਾਨ ਸੰਤ ਮਹਾਂਪੁਰਖ ਮਨੋਹਰ ਦਾਸ ਜੀ ਰਹਿੰਦਾ ਸੀ। ਸੋ ਪੀ ਪਹੁੰਚਤ ਪਾਹਰ ਸਾਲਾ। ਤੇ ਮਹਾਰਾਜ ਜੀ ਹੁਣ ਖਬਰ ਇਹ ਹੈ ਕਿ ਉਹ ਸੰਤ ਮਨੋਹਰ ਦਾਸ ਵੀ ਇਸ ਵੇਲੇ ਆਪਣਾ ਸਰੀਰ ਤਿਆਗ ਕੇ ਉਹ ਸੱਚਖੰਡ ਅਕਾਲ ਪੁਰਖ ਦੇ ਘਰ ਪਹੁੰਚ ਗਏ ਹਨ। ਸੁਨ ਕੈ ਸ੍ਰੀ ਗੁਰ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਇਹ ਮਨੋਹਰ ਦਾਸ ਜੀ ਦੀ ਇਹ ਗੱਲ ਸੁਣੀ ਕਿ ਉਹਨਾਂ ਨੇ ਸਰੀਰ ਤਿਆਗਤਾ ਹੈ ਤੇ ਉਹ ਸੱਚਖੰਡ ਚਲੇ ਗਏ ਹਨ। ਹਰਪੁਰ ਜਾਏ ਬਸੇ ਇਹ ਬ੍ਰਿੰਦ। ਜਦੋਂ ਇਹ ਸੁਣਿਆ ਕਿ ਉਹ ਹਰਪੁਰ ਜਾਏ ਬਸੇ, ਭਾਵ ਉਹ ਹਰੀ ਦੀ ਪੁਰੀ ਸੱਚਖੰਡ ਵਿੱਚ ਜਾ ਵਸੇ ਹਨ। ਅਪਰ ਨਰਨ ਸਮ ਸ਼ੋਕ ਕਰਿਓ ਹੈ। ਤੇ ਹਜ਼ੂਰ ਪਾਤਸ਼ਾਹ ਜੀ ਨੇ, ਵੈਸੇ ਕਵੀ ਸਾਹਿਬ ਨੇ ਸ਼ਬਦ ਲਿਖਿਆ ਅਪਰ ਨਰਨ ਸਮ, ਪਰ ਇਹਦਾ ਆਮ ਅਰਥ ਨਹੀਂ ਕਿ ਜਿਵੇਂ ਆਮ ਦੁਨੀਆ ਸ਼ੋਕ ਕਰਦੀ ਹੈ, ਇੰਜ ਨਹੀਂ। ਗੁਰੂ ਹਰਕ ਸ਼ੋਕ ਤੋਂ ਬੜਾ ਰਹਿਤ ਹੈ, ਪਰ ਇਹ ਹੈ ਜਦੋਂ ਕੋਈ ਵੀ ਕਮਾਈ ਵਾਲਾ ਸੰਸਾਰ ਤੋਂ ਤੁਰਦਾ ਹੈ ਨਾ, ਉਹਦੇ ਤੁਰਨ ਤੇ ਇਹ ਨੇਤਰ ਜਿਹੜੇ ਹਨ ਪ੍ਰੇਮ ਦੇ ਵਿੱਚ ਆ ਕੇ ਛਲਕਦੇ ਨੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਤਿਆਗਿਆ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਉਹਨਾਂ ਦਾ ਪਾਵਨ ਸਰੀਰ ਜਿਹੜਾ ਅੰਗੀਠਾ ਸਾਹਿਬ ਦੇ ਉੱਤੇ, ਚਿਖਾ ਦੇ ਉੱਤੇ ਟਿਕਾਇਆ ਸੀ, ਉੱਥੇ ਇਤਿਹਾਸਿਕ ਸ਼ਬਦ ਲਿਖਦਾ ਹੈ, ਸਾਹਿਬ ਬੁੱਢੇ ਜਬ ਧਰੀ ਆਨ ਚਿਖਾ ਪਰ ਦੇਹ, ਸ੍ਰੀ ਹਰਗੋਬਿੰਦ ਕੇ ਨੈਣ ਤੇ ਚਲਿਓ ਨੀਰ ਅਸਨੇ। ਕਿ ਬਾਬਾ ਬੁੱਢਾ ਸਾਹਿਬ ਦੀ ਪਾਵਨ ਦੇਹੀ ਵੀ ਜਦੋਂ ਉਸ ਚਿਖਾ ਅੰਗੀਠੇ ਤੇ ਰੱਖੀ ਸੀ, ਉਦੋਂ ਵੀ ਗੁਰੂ ਹਰਗੋਬਿੰਦ ਮਹਾਰਾਜ ਦੇ ਪ੍ਰੇਮ ਵਿੱਚ ਨੇਤਰ ਛਲਕ ਆਏ ਸੀਗੇ। ਸੋ ਇਹ ਗੁਰਸਿੱਖਾਂ ਦੇ ਨਾਲ ਗੁਰੂ ਦਾ ਪ੍ਰੇਮ ਹੈ, ਇਹਦੇ ਤੇ ਕੋਈ ਸ਼ੰਕਾ ਨਹੀਂ ਹੈ। ਤਾਂ ਹਜ਼ੂਰ ਪਾਤਸ਼ਾਹ ਨੇ ਜਦੋਂ ਸੰਤ ਮਨੋਹਰ ਦਾਸ ਦੀ ਇਹ ਗੱਲ ਸੁਣੀ ਤੇ ਪਾਤਸ਼ਾਹ ਜੀ ਦੇ ਨੇਤਰਾਂ ਚੋਂ ਨੀਰ ਵਹਿ ਤੁਰਿਆ। ਰੁਚਰ ਬਿਲੋਚਨ ਨੀਰ ਭਰਿਓ ਹੈ। ਇਹ ਨੇਤਰ ਜਿਹੜੇ ਹਨ ਰੁਚੀ ਮੁਤਾਬਕ ਇਹਨਾਂ ਦੇ ਵਿੱਚ ਨੇਤਰਾਂ ਦੇ ਵਿੱਚ ਨੀਰ ਭਰ ਆਇਆ, ਜਲ ਭਰ ਆਇਆ ਹੈ। ਪਹੁੰਚਤ ਹੈ ਰੁਮਾਲ ਕੇ ਸਾਥ। ਤੇ ਹਜ਼ੂਰ ਪਾਤਸ਼ਾਹ ਆਪਣੇ ਹੱਥ ਵਿੱਚ ਬੜਾ ਪਿਆਰਾ ਇੱਕ ਰੁਮਾਲ ਹਰ ਵਕਤ ਰੱਖਿਆ ਕਰਦੇ ਸੀਗੇ, ਤੇ ਹਜ਼ੂਰ ਨੇ ਉਸ ਰੁਮਾਲ ਦੇ ਨਾਲ ਆਪਣੇ ਕਮਲਾਂ ਵਰਗੇ ਨੇਤਰ, ਜਿਨ੍ਹਾਂ ਦੇ ਵਿੱਚੋਂ ਐਨ ਸੋਹਣੇ ਵਿਰਾਗ ਦੇ ਹੰਝੂ ਡਿੱਗਦੇ ਪਏ ਨੇ, ਹਜ਼ੂਰ ਪਾਤਸ਼ਾਹ ਆਪਣੇ ਨੇਤਰਾਂ ਨੂੰ ਸਾਫ਼ ਕਰਨ ਲੱਗੇ। ਵਹਿਰ ਦਵਾਰ ਤੇ ਨਿਕਸੇ ਨਾਥ। ਤੇ ਹਜ਼ੂਰ ਨਾਥ ਮਾਲਕ ਸਵਾਮੀ ਜੀ ਆਪਣੇ ਘਰ ਦੇ ਅੰਦਰਲੇ ਦਰਵਾਜ਼ੇ ਤੋਂ ਬਾਹਰ ਨਿਕਲੇ ਹਨ। ਬੈਠੇ ਅਪਰ ਨਰਨ ਸਮ ਸੋਏ। ਤੇ ਬਾਹਰ ਹੋਰ ਵੀ ਜਿਹੜੀਆਂ ਸੰਗਤਾਂ ਆਈਆਂ ਨੇ ਘਰ ਅੰਦਰ, ਉਹਨਾਂ ਸਾਰਿਆਂ ਦੇ ਵਿੱਚ ਹਜ਼ੂਰ ਪਾਤਸ਼ਾਹ ਆ ਬਹਿ ਗਏ ਹਨ। ਸੁਨ ਸੁਨ ਆਏ ਗਏ ਸਭ ਕੋਏ। ਕਿਉਂਕਿ ਜਿਹਨੂੰ ਵੀ ਇਹ ਖਬਰ ਮਿਲੀ ਹੈ ਕਿ ਗੋਇੰਦਵਾਲ ਸਾਹਿਬ ਸੰਤ ਮਨੋਹਰ ਦਾਸ ਨੇ ਸਰੀਰ ਤਿਆਗ ਦਿੱਤਾ ਹੈ ਤੇ ਗੁਰੂ ਸਾਹਿਬ ਦੇ ਨਾਲ ਉਹਦਾ ਬੜਾ ਪ੍ਰੇਮ ਸੀ, ਉਹ ਸਾਰੇ ਗੁਰੂ ਸਾਹਿਬ ਦੇ ਕੋਲ ਆਉਣ ਲੱਗੇ ਹਨ। ਫਿਰ ਸਭ ਮਹਿ ਤਬ ਗੁਰੂ ਅਗਾਧ। ਤੇ ਅਗਾਧ ਬੋਧ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਾਰਿਆਂ ਦੇ ਵਿੱਚ ਥਿਰੇ, ਭਾਵ ਸਾਰੇ ਸੰਗਤ ਦੇ ਵਿੱਚ ਟਿਕੇ ਬੈਠ ਗਏ ਹਨ। ਧਰੇ ਮੌਨਤਾ ਲਗੀ ਸਮਾਧ। ਤੇ ਹਜ਼ੂਰ ਪਾਤਸ਼ਾਹ ਜੀ ਨੇ ਜਦੋਂ ਇਹ ਬਾਤ ਸੁਣੀ ਹੈ, ਸਾਹਿਬ ਦੀ ਸਮਾਧੀ ਜੁੜ ਗਈ ਹੈ, ਅਗੰਮੀ ਰਸ ਵਿੱਚ ਨੇ ਤੇ ਮੌਨ ਹੋ ਗਏ ਨੇ। ਸਾਰੀ ਸੰਗਤ ਬੈਠੀ ਹੈ ਪਰ ਹਜ਼ੂਰ ਕਿਸੇ ਨਾਲ ਕੋਈ ਬਚਨ ਨਹੀਂ ਕਰ ਰਹੇ ਹਨ। ਦੋਏ ਕਟਕਾ ਆਸਨ ਥਿਰ ਰਹੇ। ਤੇ ਕੋਈ 2 4 10 ਮਿੰਟ ਨਹੀਂ, 2 ਘੜੀਆਂ ਤੱਕ
ਲਗਾਤਾਰ ਹਜੂਰ ਪਾਤਸ਼ਾਹ ਆਪਣੇ ਆਸਨ ਉੱਤੇ ਇੰਜ ਸਮਾਧੀ ਲਾ ਕਰਕੇ ਬੈਠੇ ਰਹੇ ਹਨ। ਲੋਚਨ ਮੂੰਦ ਨਾ ਤਨ ਸੁਧ ਤੇ ਅਹੇ। ਲੋਚਨ ਮੂੰਦ ਕਮਲਾਂ ਵਰਗੇ ਨੇਤਰ ਜਿਹੜੇ ਪਾਤਸ਼ਾਹ ਜੀ ਨੇ ਬੰਦ ਕੀਤੇ ਨੇ ਤੇ ਇਸ ਤਨ ਦੀ ਕੋਈ ਸੁੱਧ ਖਬਰ ਨਹੀਂ, ਭਾਵ ਕਿਸੇ ਅਗੰਮੀ ਰਸ ਵਿੱਚ ਟਿਕੇ ਹੋਏ ਹਨ। ਰਹੇ ਅਡੋਲ ਅੰਗ ਤਿਸ ਕਾਲ। ਤੇ ਸਾਹਿਬ ਜੀ ਦੇ ਸਾਰੇ ਅੰਗ ਜਿਹੜੇ ਹਨ, ਇਹ ਨਹੀਂ ਅੱਖਾਂ ਤੇ ਅਸੀਂ ਵੀ ਬੰਦ ਕਰਦੇ ਆ ਪਰ ਸਾਡਾ ਮਨ ਵੀ ਟਿਕਦਾ ਨਹੀਂ, ਸਾਡੇ ਹੱਥ ਪੈਰ ਵੀ ਹਿੱਲਦੇ ਰਹਿੰਦੇ, ਤਨ ਵੀ ਹਿੱਲਦਾ ਰਹਿੰਦਾ। ਪਾਤਸ਼ਾਹ ਜੀ ਦੇ ਰਹੇ ਅਡੋਲ ਅੰਗ ਤਿਸ ਕਾਲ, ਜਿੱਥੇ ਨੇਤਰ ਬੰਦ ਨੇ ਸਾਰੇ ਸਰੀਰ ਦਾ ਕੱਲਾ ਕੱਲਾ ਅੰਗ ਜਿਹੜਾ ਉਹ ਟਿਕਿਆ ਹੋਇਆ, ਨਾ ਕਿਤੇ ਸਰੀਰ ਮਾੜਾ ਮੋਟਾ ਹਿੱਲ ਰਿਹਾ, ਨਾ ਕੋਈ ਹੱਥ, ਨਾ ਕੋਈ ਪੈਰ ਦਾ ਅੰਗੂਠਾ, ਕੁਛ ਨਹੀਂ ਹਿੱਲਦਾ, ਨਾ ਕੋਈ ਚਰਨ ਹਿਲਾ ਰਹੇ ਨੇ। ਇੰਜ ਹਜੂਰ ਪਾਤਸ਼ਾਹ ਐਨ ਅਡੋਲ ਹੋ ਕਰਕੇ ਬੈਠੇ ਹਨ। ਪੁਨ ਖੋਲੇ ਦ੍ਰਿਗ ਰੁਚਰ ਵਿਸਾਲ। 2 ਘੜੀਆਂ ਤੋਂ ਬਾਅਦ ਹਜੂਰ ਪਾਤਸ਼ਾਹ ਨੇ ਕਮਲਾਂ ਵਰਗੇ ਨੇਤਰ ਜਿਹੜੇ ਬੜੀ ਰੁਚੀ ਦੇ ਨਾਲ, ਪ੍ਰੇਮ ਦੇ ਨਾਲ ਖੋਲੇ ਹਨ। ਵਾਹੋ ਵਾਹੋ ਮੁਖ ਤੇ ਤਬ ਕਹਿਓ। ਤੇ ਨੇਤਰ ਖੋਲਦੇ ਸਾਰ ਨਾ ਮੇਰੇ ਹਜੂਰ ਪਾਤਸ਼ਾਹ ਨੇ ਜਿਹੜਾ ਬਚਨ ਕਿਹਾ, ਵਾਹੋ ਵਾਹੋ, ਵਾਹ ਵਾਹ ਸ਼ਬਦ ਜਿਹੜਾ ਅਚਰਜਤਾ ਨਾਲ ਭਰਿਆ ਸ਼ਬਦ ਪਾਤਸ਼ਾਹ ਜੀ ਅਗੰਮੀ ਰਸ ਵਿੱਚ ਆ ਕਰਕੇ ਕਹਿਣਾ ਕੀਤਾ। ਦਾਸ ਮਨੋਹਰ ਵੱਡ ਪਦ ਲਹਿਓ। ਤੇ ਸਭ ਕਹਿੰਦੇ ਮਨੋਹਰ ਦਾਸ ਨੇ ਬੜਾ ਮਹਾਨ ਪਦ ਪ੍ਰਾਪਤ ਕੀਤਾ ਹੈ, ਬੜਾ ਮਹਾਨ ਰੁਤਬਾ ਪ੍ਰਾਪਤ ਕੀਤਾ ਹੈ, ਇਹ ਸੰਤ ਦੀ ਉਪਾਧੀ ਪ੍ਰਾਪਤ ਕੀਤੀ ਹੈ। ਪੂਜਨ ਕੋ ਸਭ ਹੂਨ ਸੁਨਾਇਓ। ਤੇ ਜਿੰਨੀ ਵੀ ਸੰਗਤ ਸੱਜ ਬੈਠੀ ਸੀ ਨਾ, ਪਾਤਸ਼ਾਹ ਜੀ ਸਾਰਿਆਂ ਤੋਂ ਪੁੱਛਣ ਦੇ ਵਾਸਤੇ ਤੇ ਸਾਰਿਆਂ ਨੂੰ ਦੱਸਣ ਦੇ ਵਾਸਤੇ ਇੱਕ ਪ੍ਰਸ਼ਨ ਕਰਦਿਆਂ ਹੋਇਆਂ ਉੱਚੀ ਸਾਰੀ ਬਚਨ ਕਹਿਣ ਲੱਗੇ। ਕੌਣ ਕਰਮ ਤਪ ਫਲ ਤਿਨ ਪਾਇਓ। ਸਭ ਕਹਿੰਦੇ ਕੋਈ ਦੱਸੋ ਵੀ ਮਨੋਹਰ ਦਾਸ ਜੀ ਨੇ ਕਿਸ ਕਰਮ ਦਾ ਤਪ ਕਰਕੇ ਏਡਾ ਵੱਡਾ ਫਲ ਪ੍ਰਾਪਤ ਕੀਤਾ, ਵੀ ਉਹਨੂੰ ਸੰਤ ਦੀ ਉਪਾਧੀ ਮਿਲ ਜਾਣੀ, ਫਿਰ ਉਹਨੇ ਸੱਚਖੰਡ ਦੇ ਵਿੱਚ ਗੁਰੂ ਸਰੂਪ ਦੇ ਅੰਦਰ ਜਾ ਕਰਕੇ ਸਮਾ ਜਾਣਾ, ਇਸ ਲੋਕ ਤੇ ਪਰਲੋਕ ਅੰਦਰ ਇੰਨਾ ਮਾਣ, ਇੰਨੀ ਵਡਿਆਈ ਪ੍ਰਾਪਤ ਕਰਨੀ, ਭਲਾ ਉਹਦਾ ਕਿਹੜਾ ਕਰਮ ਸੀ। ਕਸ ਮੇਰੀ ਇੱਕ ਸਿੱਖ ਵਿਸਾਲਾ। ਉਸ ਵਕਤ ਜਿਵੇਂ ਵੱਖ-ਵੱਖ ਇਲਾਕਿਆਂ ਤੋਂ ਸੰਗਤ ਅੱਜ ਵੀ ਆਉਂਦੀ ਹੈ, ਉਸ ਵਕਤ ਵੀ ਸੰਗਤ ਬੈਠੀ ਸੀ। ਇੱਕ ਕਸ਼ਮੀਰ ਤੋਂ ਆਇਆ ਹੋਇਆ ਸਿੱਖ ਸੀ, ਗੁਰ ਟਿਗ ਰਹਿ ਸੋ ਨਾਮ ਕਮਾਲਾ। ਤੇ ਉਹਦਾ ਨਾਂ ਭਾਈ ਕਮਾਲਾ ਸੀ। ਉਹ ਹਜੂਰ ਪਾਤਸ਼ਾਹ ਜੀ ਦੇ ਕੋਲ ਰਿਹਾ ਕਰਦਾ ਸੀ, ਦਿਨ ਰਾਤ ਉਹਨੇ ਸੇਵਾ ਕਰਨੀ ਤੇ ਸੇਵਾ ਕਰਕੇ ਇੰਨੀ ਉੱਚੀ ਅਵਸਥਾ ਬਣ ਗਈ ਸੀ। ਤਿਨ ਕਰ ਜੋਰ ਕਹਿਓ ਸੁਨ ਸੁਆਮੀ। ਉਹਨੇ ਹੱਥ ਜੋੜੇ ਨੇ ਭਾਈ ਕਮਾਲੇ ਨੇ ਤੇ ਕਹਿੰਦਾ, ਐ ਸੁਆਮੀ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਸੁਣਨਾ ਕਰੋ। ਸਭ ਕਿਛ ਜਾਣੋ ਅੰਤਰ ਜਾਮੀ। ਇਹ ਸਤਿਗੁਰੂ ਜੀ ਤੁਸੀਂ ਅੰਤਰ ਜਾਮੀ ਹੋ, ਸਾਹਿਬ ਜੀ ਤੁਸੀਂ ਸਾਰਾ ਕੁਝ ਜਾਣਦੇ ਹੋ। ਤਉ ਦਾਸ ਕੇ ਗੁਣ ਬਿਦ ਤਾਵਨ। ਪਰ ਫਿਰ ਵੀ ਮਹਾਰਾਜ ਜੇ ਤੁਸੀਂ ਆਪਣੇ ਦਾਸ ਦੇ ਭਾਵ ਮਨੋਹਰ ਦਾਸ ਜੀ ਦੇ ਗੁਣਾਂ ਬਾਰੇ ਪੁੱਛਿਆ ਨਾ, ਕਿ ਉਹਦੇ ਕਿਹੜੇ ਕਰਮ ਸੀ, ਕਿਹੜੇ ਗੁਣ ਸੀ ਜਿਹੜੀ ਉਹਨੂੰ ਇੰਨੀ ਉੱਚੀ ਅਵਸਥਾ ਪ੍ਰਾਪਤ ਹੋਈ ਹੈ। ਬੂਝਤ ਹਾਂ ਮੈਂ ਕਰੋ ਸੁਨਾਵਨ। ਮਹਾਰਾਜ ਅਸੀਂ ਅਲਪੱਗ ਜੀਵ ਹਾਂ, ਸਾਨੂੰ ਬਹੁਤਾ ਨਹੀਂ ਪਤਾ, ਪਰ ਤੁਹਾਡੀ ਸੇਵਾ ਦੇ ਵਿੱਚ ਰਹਿ ਕੇ ਜਿੰਨੀ ਕੁ ਅਵਸਥਾ ਪ੍ਰਾਪਤ ਹੋਈ, ਜਿੰਨਾ ਕੁ ਮੈਨੂੰ ਗਿਆਤ ਹੈ, ਮੈਂ ਆਪ ਜੀ ਨੂੰ ਦੱਸਦਾ ਹਾਂ। ਭਾਵੇਂ ਤੁਸੀਂ ਸਭ ਜਾਣਦੇ ਹੋ, ਪਰ ਤੁਸੀਂ ਕਿਹਾ ਵੀ ਕੋਈ ਦੱਸੋ, ਤੁਹਾਡਾ ਹੁਕਮ ਪਾ ਕਰਕੇ ਮੈਂ ਦੱਸਣ ਲੱਗਾ ਹਾਂ। ਸ੍ਰੀ ਗੁਰ ਅਰਜਨ ਕੋਲੇ ਗੋਦ। ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਪਿਤਾ ਸਤਿਗੁਰੂ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਸਰੀਰਕ ਹਯਾਤੀ ਕਰਕੇ ਬੜੀ ਛੋਟੀ ਜੀ ਸਰੀਰਕ ਆਰਬਲਾ ਦੇ ਵਿੱਚ ਸਨ, ਗੁਰੂ ਦੇ ਸਰੀਰ ਦੀ ਉਮਰ ਦੀ ਗੱਲ ਹੈ, ਜੋਤ ਕਰਕੇ ਗੁਰੂ ਪਹਿਲੇ ਦਿਨ ਤੋਂ ਹੀ ਅਕਾਲ ਪੁਰਖ ਸਰੂਪ ਹੈ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪਰ ਭਾਈ ਕਮਾਲਾ ਕਹਿੰਦਾ ਹੈ ਕਿ ਮਹਾਰਾਜ ਜੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਬੜੀ ਛੋਟੀ ਸਰੀਰ ਦੀ ਅਵਸਥਾ ਵਿੱਚ ਸਨ, ਉਸ ਵਕਤ ਲੈ ਗੋਦ ਭਾਈ ਸੰਤ ਮਨੋਹਰ ਦਾਸ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੀ ਗੋਦ ਵਿੱਚ ਖਿਡਾਇਆ ਹੈ। ਰਹਿਓ ਖਿਲਾਵਤ ਪਾਏ ਪ੍ਰਮੋਦ। ਤੇ ਇਕੱਲਾ ਖਿਡਾਇਆ ਹੀ ਨਹੀਂ ਹੈ, ਉਹਨੇ ਬੜੇ ਪਿਆਰ ਦੇ ਨਾਲ ਛੋਟੀਆਂ ਛੋਟੀਆਂ ਗਰਾਹੀਆਂ ਬੁਰਕੀਆਂ ਜਿਹੜੀਆਂ ਨੇ ਨਾ, ਉਹ ਤੋੜ ਤੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖ ਵਿੱਚ ਪਾਈਆਂ ਸੀਗੀਆਂ। ਭਾਵ ਗੁਰੂ ਅਰਜਨ ਦੇਵ ਮਹਾਰਾਜ ਦੀ ਉਹਨੇ ਇੰਨੀ ਸੇਵਾ ਕੀਤੀ, ਜਿਸ ਗੁਰੂ ਦੇ ਦੀਦਾਰ ਕਰਨ ਵਾਲਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ, ਉਸ ਗੁਰੂ ਨੂੰ ਆਪਣੀ ਗੋਦ ਵਿੱਚ ਲੈ ਕੇ ਮਨੋਹਰ ਦਾਸ ਨੇ ਖਿਡਾਇਆ ਤੇ ਆਪਣੇ ਹੱਥਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖ ਵਿੱਚ ਬੜੇ ਪਿਆਰ ਨਾਲ ਗਰਾਹੀਆਂ ਪਾਇਆ ਕਰਦਾ ਸੀ। ਇੱਕ ਤੋਂ ਇਹੋ ਸ਼ੁਭ ਕਰਮ ਮਹਾਨਾ। ਮਹਾਰਾਜ ਇੱਕ ਤਾਂ ਉਸ ਸਿੱਖ ਦਾ ਬੜਾ ਇਹ ਮਹਾਨ ਸ਼ੁਭ ਕਰਮ ਹੈ, ਅਪਰ ਸਨੇਹ ਜੋ ਤਿਸ ਕ੍ਰਿਤ ਠਾਨਾ। ਤੇ ਦੂਸਰਾ ਉਹਦਾ ਮਹਾਨ ਕਰਮ
ਜਿਹੜਾ ਉਹਨੇ ਬੜਾ ਸਨੇਹ ਕਰਕੇ ਇੱਕ ਕ੍ਰਿਤ ਕੀਤੀ, ਇੱਕ ਬੜਾ ਭਾਰੀ ਕਰਮ ਕੀਤਾ। ਗੁਰੂ ਅਮਰ ਜੀ ਸਵਨ ਕਰੇ, ਕਿ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਨ ਕਰੇ। ਭਾਵ ਗੁਰੂ ਅਮਰਦਾਸ ਮਹਾਰਾਜ ਦੀ ਉਹਨੇ ਬੜਾ ਸਮਾਂ ਸੇਵਾ ਕੀਤੀ ਹੈ। ਪੂਰਨ ਮਾਸੇ ਮੇਲਾ ਭਰੇ। ਤੇ ਮਹਾਰਾਜ ਪਤਾ ਕਿਸ ਤਰ੍ਹਾਂ ਉਹ ਸੇਵਾ ਕਰਦਾ ਸੀ। ਵੈਸੇ ਤੇ ਉਹ ਹਰ ਵਕਤ ਹੀ ਗੁਰੂ ਕੀ ਸੇਵਾ 'ਚ ਰਹਿੰਦਾ ਸੀ, ਪਰ ਜਦੋਂ ਪੂਰਨਮਾਸ਼ੀ ਦਾ ਮੇਲਾ ਭਰਦਾ ਸੀ, ਜੋ ਅੱਜ ਵੀ ਗੋਇੰਦਵਾਲ ਸਾਹਿਬ ਬੜੀ ਵੱਡੀ ਗਿਣਤੀ ਵਿੱਚ ਭਰਦਾ ਹੈ, ਤੇ ਕਹਿੰਦਾ ਮਹਾਰਾਜ ਜਦੋਂ ਪੂਰਨਮਾਸ਼ੀ ਦਾ ਦਿਹਾੜਾ ਆਇਆ ਕਰਦਾ ਸੀ, ਤਬੈ ਪ੍ਰੀਤ ਧਰ ਕਰ ਆਹਾਰਾ। ਤੇ ਸੰਤ ਮਨੋਹਰ ਦਾਸ ਬੜੀ ਪ੍ਰੀਤੀ ਦੇ ਨਾਲ ਆਪ ਭੋਜਨ ਤਿਆਰ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਛਕਾਇਆ ਕਰਦਾ ਸੀ। ਅਨੇਕ ਪ੍ਰਕਾਰਨ ਕੋ ਕਰ ਤਿਆਰਾ। ਅਨੇਕਾਂ ਪ੍ਰਕਾਰ ਦੇ ਭੋਜਨ ਨੂੰ ਤਿਆਰ ਕਰਦਾ ਸੀ, ਤੇ ਹਰ ਇੱਕ ਚੀਜ਼ ਨੂੰ ਬੜੀ ਭਾਵਨਾ ਦੇ ਨਾਲ, ਬੜੀ ਸਾਫ਼ ਕਰਕੇ, ਬੜੀ ਸੁਚਮਤਾ ਨਾਲ ਤਿਆਰ ਕਰਦਾ ਸੀ। ਸ੍ਰੀ ਗੁਰ ਅਮਰ ਕੇਰ ਸੰਤਾਨ। ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਫਿਰ ਸੰਤਾਨ ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਤਿਨ ਅਚਾਵਹਿ ਕਰ ਕਰ ਮਾਨ। ਤੇ ਬੜਾ ਪ੍ਰੇਮ ਧਾਰਨ ਕਰਕੇ ਗੁਰੂ ਪੁੱਤਰਾਂ ਗੁਰੂ ਪੋਤਰਿਆਂ ਨੂੰ ਵੀ ਭੋਜਨ ਛਕਾਇਆ ਕਰਦਾ ਸੀ। ਮਨ ਭਾਵਤ ਦੇ ਮੋਦ ਪ੍ਰਵੀਨ। ਤੇ ਕੱਲਾ ਭੋਜਨ ਹੀ ਨਹੀਂ ਸੀ ਛਕਾਉਂਦਾ, ਮਨ ਭਾਉਂਦਾ ਭੋਜਨ ਛਕਾਉਣ ਤੋਂ ਬਾਅਦ ਬੜਾ ਕੁਛ ਜਿਹੜਾ ਹੈ ਉਹ ਪ੍ਰੇਮ ਭੇਟਾ ਰੂਪ ਵਿੱਚ ਦਿੰਦਾ ਸੀ। ਪੁਨ ਪਹਿਰਾਵੈ ਵਸਤਰ ਨਵੀਨ। ਤੇ ਗੁਰੂ ਪੁੱਤਰਾਂ ਦੀ, ਗੁਰੂ ਪਰਿਵਾਰ ਦੀ ਸੇਵਾ ਭੋਜਨ ਛਕਾ ਕੇ ਪੁੰਨ ਪਹਿਰਾਵੈ, ਉਹਨਾਂ ਨੂੰ ਪਹਿਨਣ ਵਾਸਤੇ ਸੋਹਣੇ ਤੋਂ ਸੋਹਣਾ ਵਸਤਰ ਜਿਹੜਾ ਸੀ ਉਹ ਲਿਆ ਕਰਕੇ ਭੇਟ ਕਰਿਆ ਕਰਦਾ ਸੀ। ਤਿਨ ਕੋ ਸੇਵਹਿ ਅਨੇਕ ਪ੍ਰਕਾਰ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਤੇ ਗੁਰੂ ਪਰਿਵਾਰ ਦੀ ਸੇਵਾ ਵੀ ਸੰਤ ਮਨੋਹਰ ਦਾਸ ਨੇ ਬੜੀ ਪ੍ਰਕਾਰ ਦੇ ਬੜੇ ਤਰੀਕਿਆਂ ਨਾਲ ਕੀਤੀ। ਕਰੈ ਕੀਰਤਨ ਜਾਏ ਚੁਬਾਰੇ। ਤੇ ਇੱਥੋਂ ਤੱਕ ਜਿਹੜਾ ਗੁਰੂ ਸਾਹਿਬ ਜੀ ਦਾ ਚੁਬਾਰਾ ਸੀ, ਮਹਾਰਾਜ ਉੱਥੇ ਜਾ ਕੇ ਸੰਤ ਮਨੋਹਰ ਦਾਸ ਕੀਰਤਨ ਕਰਿਆ ਕਰਦਾ ਸੀ। ਕਬਹਿ ਬਾਵਲੀ ਬੈਠੇ ਆਏ। ਤੇ ਕਦੇ ਪ੍ਰੇਮ ਦੇ ਵਿੱਚ ਆ ਕੇ ਜੋ ਪਾਵਨ ਬੌਲੀ ਸਾਹਿਬ ਹੈ, ਉਸ ਬੌਲੀ ਸਾਹਿਬ ਦੇ ਬਾਹਰ ਆ ਕੇ ਬਹਿ ਜਾਂਦਾ ਸੀ। ਆਸਾ ਵਾਰ ਸ਼ਬਦ ਜੁਤ ਗਾਏ। ਤੇ ਉੱਥੇ ਬਹਿ ਕੇ ਆਸਾ ਕੀ ਵਾਰ ਦੇ ਸ਼ਬਦਾਂ ਸਮੇਤ, ਭਾਵ ਆਸਾ ਕੀ ਵਾਰ ਬਾਣੀ ਵਿੱਚ ਫਿਰ ਸ਼ਬਦ ਬਾਣੀ ਦੇ ਜਿਹੜੇ ਸਮੇਤ ਇਹ ਸਾਰੇ ਸ਼ਬਦਾਂ ਦੇ ਕੀਰਤਨ ਕਰਿਆ ਕਰਦਾ ਸੀ। ਗੁਰੂ ਅਮਰ ਸੰਤਤ ਕੇ ਪਾਸ। ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਹੜੀ ਸੰਤਾਨ ਹੈ, ਕਰ ਗੁਰ ਭਗਤ ਮਨੋਹਰ ਦਾਸ। ਇਸ ਤਰ੍ਹਾਂ ਮਹਾਰਾਜ ਜੀ ਮਨੋਹਰ ਦਾਸ ਨੇ ਗੁਰ ਭਗਤੀ ਕੀਤੀ ਹੈ। ਤੇ ਫਿਰ ਗੁਰੂ ਸੰਤਾਨ ਦੇ ਕੋਲ ਰਹਿ ਕੇ ਗੁਰੂ ਭਗਤੀ ਕਰਦਾ ਸੀ। ਭਾਵ ਕਦੀ ਬੌਲੀ ਸਾਹਿਬ ਦੇ ਬਹਿਰ ਬਹਿ ਕੇ ਉਹਨੇ ਆਸਾ ਕੀ ਵਾਰ ਕਰਨੀ, ਕਦੀ ਚੁਬਾਰਾ ਸਾਹਿਬ ਜਾ ਕੇ ਕਰਨੀ, ਕਦੀ ਗੁਰੂ ਪਰਿਵਾਰ ਦੇ ਵਿੱਚ ਗੁਰੂ ਪੁੱਤਰਾਂ ਕੋਲ ਜਦੋਂ ਉਹਨੇ ਬਹਿਣਾ ਤੇ ਬਾਬਾ ਮੋਹਨ ਜੀ ਦੇ ਨਾਲ ਬਹਿ ਕੇ ਕਦੀ ਉਹਨੇ ਸਮਾਧੀ ਲਾਇਆ ਕਰਨੀ, ਉਹਨੇ ਬਹਿ ਕੇ ਸਿਮਰਨ ਕਰਿਆ ਕਰਨਾ। ਇਨ ਸੁਭ ਕਰਮਨ ਕੋ ਫਲ ਹੋਵਾ। ਮਹਾਰਾਜ ਜੀ ਇਹ ਸੰਤ ਮਨੋਹਰ ਦਾਸ ਦਾ ਇਹ ਸਾਰਾ ਸ਼ੁਭ ਕਰਮ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੋਦ 'ਚ ਖਿਡਾਇਆ, ਗੁਰੂ ਅਰਜਨ ਦੇਵ ਮਹਾਰਾਜ ਨੂੰ ਭੋਜਨ ਛਕਾਇਆ, ਗੁਰੂ ਅਮਰਦਾਸ ਮਹਾਰਾਜ ਨੂੰ ਭੋਜਨ ਛਕਾਇਆ, ਗੁਰੂ ਪੁੱਤਰਾਂ ਦੀ, ਗੁਰੂ ਪਰਿਵਾਰ ਦੀ ਸੇਵਾ ਕੀਤੀ। ਮਹਾਰਾਜ ਇਹੀ ਉਹਦੇ ਸਭ ਤੋਂ ਮਹਾਨ ਉੱਤਮ ਕਰਮ ਹਨ। ਲਹਿਓ ਮਹਾਪਦ ਜੋ ਤੁਮ ਜੋਵਾ। ਮਹਾਰਾਜ ਜੋ ਤੁਸੀਂ ਪੁੱਛਦੇ ਹੋ ਤੇ ਜੋ ਤੁਮ ਜੋਵਾ, ਜੋ 2 ਘੜੀਆਂ ਨੇਤਰ ਬੰਦ ਕਰਕੇ ਤੁਸੀਂ ਇਹ ਸਾਰਾ ਕੁਝ ਦੇਖਿਆ ਨਾ, ਮਹਾਰਾਜ ਇਹੀ ਕੁਝ ਹੈ ਜੋ ਮੈਂ ਆਪ ਜੀ ਦੇ ਸਾਹਮਣੇ ਵਰਣਨ ਕੀਤਾ। ਤੇ ਤੁਸੀਂ ਵੀ ਇਹੀ ਕੁਝ ਨੇਤਰ ਬੰਦ ਕਰਕੇ ਦੇਖਿਆ ਕਿ ਸੰਤ ਮਨੋਹਰ ਦਾਸ ਦੇ ਇਹ ਮਹਾਨ ਕਰਮ ਹਨ। ਕਹੇ ਆਪ ਕੇ ਹਮਨੇ ਜਾਣਿਓ। ਮਹਾਰਾਜ ਅਸੀਂ ਅਲਪੱਗ ਜੀਵ ਹਾਂ, ਸਾਡੇ ਕੋਲ ਕੋਈ ਬਹੁਤੀ ਉੱਚੀ ਅਵਸਥਾ ਨਹੀਂ, ਇਹ ਤਾਂ ਤੁਸੀਂ ਕਿਹਾ ਤੇ ਤੁਹਾਡੀ ਕਿਰਪਾ ਨਾਲ ਅਸੀਂ ਜਾਣ ਲਿਆ ਤੇ ਮੈਂ ਖੜੇ ਹੋ ਕੇ ਵਰਣਨ ਕਰ ਦਿੱਤਾ। ਇਸ ਪ੍ਰਕਾਰ ਤਪ ਤਿਸਨੇ ਠਾਨਿਓ। ਮਹਾਰਾਜ ਇਸ ਪ੍ਰਕਾਰ ਸੰਤ ਮਨੋਹਰ ਦਾਸ ਨੇ ਇਹ ਮਹਾਨ ਤਪੱਸਿਆ ਜਿਹੜੀ ਗੁਰੂ ਪਰਿਵਾਰ ਦੀ ਤੇ ਗੁਰੂ ਕੀ ਸੇਵਾ ਰੂਪ ਤਪੱਸਿਆ ਕਰਨੀ ਕੀਤੀ। ਏਮ ਸੁਨ ਕੈ ਸ੍ਰੀ ਹਰਿ ਗੋਬਿੰਦ। ਇਸ ਤਰ੍ਹਾਂ ਸੁਣ ਕਰਕੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ ਬਾਕ ਸੁਨਾਵਤ ਬ੍ਰਿੰਦ। ਫਿਰ ਸਾਰਿਆਂ ਨੂੰ ਸੁਣਾਉਣ ਵਾਸਤੇ ਹਜੂਰ ਪਾਤਸ਼ਾਹ ਫਿਰ ਬਚਨ ਕਹਿਣ ਲੱਗੇ। ਸ੍ਰੀ ਗੁਰ ਅਮਰਦਾਸ ਸੰਤਾਨ। ਕਹਿੰਦੇ ਸੰਗਤ ਜੀ ਗੋਇੰਦਵਾਲ ਸਾਹਿਬ ਦੀ ਗੱਲ ਚੱਲੀ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਹੜੀ ਸੰਤਾਨ ਅੰਸ ਬੰਸ ਹੈ, ਹਮ ਨਹਿ ਸੇਵੈ ਕਬ ਨਿਜ ਪਾਨ। ਦੇਖੋ ਸੰਤ ਮਨੋਹਰ ਦਾਸ ਨੇ ਗੁਰੂ ਸੰਤਾਨ ਦੀ ਸੇਵਾ ਕੀਤੀ ਤੇ ਉਹਨੂੰ ਕਿੰਨੇ ਮਹਾਨ ਪਦ ਪ੍ਰਾਪਤ ਹੋਏ। ਭਾਵੇਂ ਗੁਰੂ ਨੂੰ ਸੰਸਾਰਕ ਤੌਰ ਤੇ ਕਿਸੇ ਪਦ ਮਰਾਤਬੇ ਦੀ ਲੋੜ ਨਹੀਂ,
ਪਰ ਸਿੱਖਾਂ ਨੂੰ ਸਿਖਾਉਣ ਦੇ ਵਾਸਤੇ, ਸਾਨੂੰ ਕਲਯੁਗੀ ਜੀਵਾਂ ਨੂੰ ਸਿਖਾਉਣ ਵਾਸਤੇ ਕਿ ਗੁਰੂ ਪਰਿਵਾਰ ਦੀ, ਗੁਰੂ ਸੰਗਤ ਦੀ, ਗੁਰਸਿੱਖਾਂ ਦੀ ਸੇਵਾ ਕੀ ਹੁੰਦੀ ਹੈ। ਹਜ਼ੂਰ ਪਾਤਸ਼ਾਹ ਬੜੀ ਨਿਮਰਤਾ 'ਚ ਕਹਿੰਦੇ ਅਸੀਂ ਗੁਰੂ ਪਰਿਵਾਰ ਦੀ, ਗੁਰੂ ਅਮਰਦਾਸ ਮਹਾਰਾਜ ਦੀ ਅੰਸ ਬੰਸ ਦੀ ਕੋਈ ਸੇਵਾ ਨਹੀਂ ਕਰ ਸਕੇ। ਕਰ ਸੋ ਟਹਿਲ ਨ ਹਮ ਤੇ ਹੋਈ। ਨਾ ਸਾਡੇ ਤੋਂ ਇਨ੍ਹਾਂ ਮੁਬਾਰਕ ਹੱਥਾਂ ਦੇ ਨਾਲ ਗੁਰੂ ਪਰਿਵਾਰ, ਗੁਰੂ ਪੁੱਤਰਾਂ ਦੀ ਕੋਈ ਸੇਵਾ ਹੋ ਸਕੀ। ਦੇਤ ਮਹਾਪਦਵੀ ਕੋ ਜੋਈ। ਜੋ ਇਸ ਮਹਾਨ ਪਦ ਨੂੰ ਬਖਸ਼ਦੀ ਹੈ, ਗੁਰੂ ਸੇਵਾ, ਗੁਰ ਪਰਿਵਾਰ, ਗੁਰ ਸੰਗਤ, ਗੁਰ ਸਿੱਖਾਂ ਦੀ ਸੇਵਾ। ਹਜ਼ੂਰ ਕਹਿੰਦੀ ਜੋ ਮਹਾਨ ਪਦਵੀਆਂ ਬਖਸ਼ਦੀ ਜਿਹੜੀ ਸੇਵਾ, ਕਿ ਮਨੋਹਰ ਦਾਸ ਨੂੰ ਸੰਤ ਦਾ ਰੁਤਬਾ ਮਿਲਿਆ, ਉਹਨੂੰ ਸੱਚਖੰਡ ਦੇ ਵਿੱਚ ਥਾਂ ਮਿਲੀ, ਉਹ ਮਹਾਨ ਸੇਵਾ ਸਾਹਿਬ ਕਹਿੰਦੇ ਸਾਨੂੰ ਪ੍ਰਾਪਤ ਨਾ ਹੋ ਸਕੀ। ਜਬ ਤੇ ਤੁਰਕਨ ਕੀਨ ਬਖੇਰਾ। ਇਹਦਾ ਕਾਰਨ ਇਹ ਬਣਿਆ ਕਿ ਜਦੋਂ ਤੋਂ ਇਹਨਾਂ ਤੁਰਕਾਂ ਦੇ ਨਾਲ ਝਗੜਾ ਚੱਲ ਪਿਆ ਹੈ, ਤਬ ਤੇ ਗੋਇੰਦਵਾਲ ਨਹੇਰਾ। ਭਾਵ ਕਿ ਇਹਨਾਂ ਨੇ ਜਦੋਂ ਤੋਂ ਬਖੇੜਾ ਸ਼ੁਰੂ ਕੀਤਾ, ਗੁਰੂ ਨੇ ਕਿਸੇ ਨਾਲ ਕੋਈ ਬਖੇੜਾ ਨਹੀਂ ਕੀਤਾ। ਸਾਹਿਬ ਕਹਿੰਦੇ ਜਦੋਂ ਤੋਂ ਇਹਨਾਂ ਨੇ ਆ ਬਖੇੜੇ ਸ਼ੁਰੂ ਕੀਤੇ ਨੇ, ਜੰਗ ਸ਼ੁਰੂ ਕੀਤੇ ਨੇ, ਅਸੀਂ ਉਦੋਂ ਤੋਂ ਬਾਅਦ ਗੋਇੰਦਵਾਲ ਸਾਹਿਬ ਨਾ ਜਾ ਸਕੇ। ਸ੍ਰੀ ਗੁਰ ਅਮਰਦਾਸ ਸੰਤਾਨ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਤਾਨ ਅੰਸ ਬੰਸ। ਕਿ ਮਹਮ ਸੇਵਾ ਕਰੈ ਮਹਾਨ। ਅਸੀਂ ਜਾ ਨਾ ਸਕੇ, ਇਹਨਾਂ ਜੰਗ ਯੁੱਧਾਂ ਵਿੱਚ ਵਿਅਸਤ ਹੋ ਗਏ, ਇਹ ਤੁਰਕਾਂ ਨੇ ਬਖੇੜੇ ਸ਼ੁਰੂ ਕਰਤੇ ਤੇ ਸਾਡੇ ਤੋਂ ਫਿਰ ਸੇਵਾ ਨਾ ਹੋ ਪਾਈ। ਤਿਸ ਪੁਰ ਹਮ ਤੇ ਜਾਏ ਨ ਜਾਏ। ਇਸ ਕਰਕੇ ਇਹ ਕਈ ਕਾਰਨ ਬਣ ਗਏ, ਕਈ ਰੁਝੇਵੇਂ ਬਣ ਗਏ ਕਿ ਸਾਡੇ ਤੋਂ ਗੋਇੰਦਵਾਲ ਸਾਹਿਬ ਨਾ ਜਾਇਆ ਜਾ ਸਕਿਆ। ਚਿਰੰਕਾਲ ਪਾ ਖਬਰ ਨ ਪਾਏ। ਚਿਰੰਕਾਲ ਲੰਘ ਗਿਆ, ਲੰਬੇਰਾ ਸਮਾਂ ਲੰਘ ਗਿਆ ਤੇ ਅਸੀਂ ਉਥੋਂ ਕੋਈ ਸਾਰ ਸੁਧ ਖਬਰ ਵੀ ਨਹੀਂ ਲੈਣੀ ਕੀਤੀ। ਹਮ ਕੋ ਰਹਿ ਜੋ ਬਿਘਨ ਵਿਸਾਲਾ। ਤੇ ਇਹ ਜਿਹੜੇ ਸਾਨੂੰ ਵਾਰ-ਵਾਰ ਤੁਰਕਾਂ ਦੇ ਵੱਲੋਂ ਇਹ ਜਿਹੜੇ ਜੰਗ, ਇਹ ਜਿਹੜੇ ਵਿਘਨ ਕੀਤੇ ਗਏ ਹਨ, ਤੁਰਕਨ ਸੰਗ ਜੰਗ ਸਭ ਕਾਲਾ। ਇਹ ਜਿਹੜੇ ਤੁਰਕਾਂ ਦੇ ਨਾਲ ਹਰ ਵਕਤ ਸਾਡੇ ਜੰਗ ਚੱਲੀ ਜਾ ਰਹੇ ਹਨ। ਭਾਈ ਗੜੀਆ ਸੰਤ ਪ੍ਰਵੀਨ। ਹਜ਼ੂਰ ਪਾਤਸ਼ਾਹ ਜੀ ਇਹਦੇ ਕੋਲ ਉਸ ਵਕਤ ਭਾਈ ਗੜੀਆ ਜੋ ਸੰਤ ਪ੍ਰਵੀਨ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਕਈ ਕਹਿੰਦੇ ਸੰਤ ਹੀ ਨਹੀਂ ਸੀ ਗੁਰੂ ਸਾਹਿਬ ਦੇ ਸਮੇਂ ਤੇ, ਇਹਨੂੰ ਵੀ ਸੰਤ ਦੀ ਉਪਾਧੀ ਸੀਗੀ। ਭਾਈ ਗੜੀਆ ਜੋ ਸੰਤ ਦੀ ਅਵਸਥਾ ਨਾਲ ਨਿਵਾਜਿਆ ਹੈ। ਤਿਸ ਕੇ ਦਿਸ਼ਾ ਬਿਲੋਕਨ ਕੀਨ। ਹਜ਼ੂਰ ਪਾਤਸ਼ਾਹ ਨੇ ਭਾਈ ਗੜੀਆ ਜੀ ਵੱਲ ਬੜੇ ਪਿਆਰ ਨਾਲ ਵੇਖਿਆ। ਕਹਿਓ ਤਾਹੇ ਸੋ ਤੁਮ ਅਬ ਜਾਵਹੋ। ਤੇ ਸਾਹਿਬ ਕਹਿੰਦੇ ਭਾਈ ਗੜੀਆ ਜੀ ਇੰਜ ਕਰੋ, ਤੁਸੀਂ ਇਸ ਵਕਤ ਸ੍ਰੀ ਗੋਇੰਦਵਾਲ ਸਾਹਿਬ ਜਾਣਾ ਕਰੋ। ਕਹਿ ਆਨੰਦ ਕੋ ਇਹ ਠਾਂ ਲਿਆਵੋ। ਤੁਸੀਂ ਇੰਜ ਕਰੋ, ਬਾਬਾ ਮੋਹਰੀ ਜੀ ਦੇ ਜਿਹੜੇ ਸੁਪੁੱਤਰ ਨੇ ਬਾਬਾ ਆਨੰਦ ਜੀ, ਉਹਨਾਂ ਨੂੰ ਇਸ ਵਕਤ ਸਾਡੇ ਕੋਲ ਇੱਥੇ ਲੈ ਕੇ ਆਉਣਾ ਕਰੋ। ਸਿਵਕਾ ਲੈ ਕਰ ਸੰਗ ਸਿਦਾਵਹੋ। ਤੇ ਪਤਾ ਕਿਸ ਤਰ੍ਹਾਂ ਲੈ ਕੇ ਆਉਣਾ ਹੈ? ਉਹ ਗੁਰੂ ਪਰਿਵਾਰ ਤੋਂ ਵਿੱਚੋਂ ਨੇ, ਗੁਰੂ ਕੀ ਅੰਸ਼ ਬੰਸ ਹੈ, ਇਸ ਕਰਕੇ ਸਿਵਕਾ ਲੈ ਕਰ ਪਾਲਕੀ ਸਾਹਿਬ ਲੈ ਕੇ ਜਾਓ ਤੇ ਸੋਹਣੀ ਪਾਲਕੀ ਵਿੱਚ ਉਹਨਾਂ ਨੂੰ ਸੁਭਾਏਮਾਨ ਕਰਕੇ ਲੈ ਕੇ ਆਉਣਾ। ਗੋਇੰਦਵਾਲ ਜਾਏ ਦਰਸਾਵਹੋ। ਤੇ ਇਸ ਤਰ੍ਹਾਂ ਗੋਇੰਦਵਾਲ ਸਾਹਿਬ ਜਾ ਕੇ ਉਹਨਾਂ ਦੇ ਦਰਸ਼ਨ ਕਰੋ ਤੇ ਸਾਡੀ ਬੇਨਤੀ ਦੱਸਣਾ ਕਰੋ। ਇਮ ਆਨੰਦ ਕੇ ਸੰਗ ਬਖਾਨੋ। ਤੇ ਇਸ ਤਰ੍ਹਾਂ ਜਾ ਕੇ ਬਾਬਾ ਆਨੰਦ ਜੀ ਦੇ ਨਾਲ, ਬਾਬਾ ਮੋਹਰੀ ਜੀ ਦੇ ਸੁਪੁੱਤਰ ਨਾਲ ਸਾਡੇ ਵੱਲੋਂ ਇੰਜ ਬੇਨਤੀ ਕਰਨਾ ਕਰਿਓ। ਕਰੋ ਕਿਰਪਾ ਬਿਘਨ ਗਨਹਾਨਹੁ। ਕਿ ਤੁਸੀਂ ਕਿਰਪਾ ਕਰੋ, ਸਾਰੇ ਵਿਘਨਾਂ ਦੁੱਖਾਂ ਦਾ ਨਾਸ਼ ਕਰਨਾ ਕਰੋ। ਦਰਸ਼ਨ ਦੀਜੈ ਬਿਰਦ ਸੰਭਾਰਹੁ। ਕਿ ਆਪਣੇ ਸੁਭਾਅ ਦੀ ਪ੍ਰਤਿਪਾਲਨਾ ਕਰੋ ਤੇ ਬਾਬਾ ਆਨੰਦ ਜੀ ਸਾਨੂੰ ਇੱਥੇ ਆ ਕੇ ਦਰਸ਼ਨ ਬਖਸ਼ਣੇ ਕਰੋ। ਆਵੋ ਇਹ ਠਾਂ ਬਿਲਮ ਵਿਸਾਰਹੁ। ਤੇ ਬਿਨਾਂ ਕਿਸੇ ਦੇਰੀ ਤੋਂ ਇੱਥੇ ਸਾਡੇ ਕੋਲ ਆਉਣਾ ਕਰੋ। ਲਿਖੀ ਪੱਤਰਿਕਾ ਦੀਨ ਸਹਾਥ। ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਕਮਲਾਂ ਦੇ ਹਸਤ ਕਮਲਾਂ ਨਾਲ ਚਿੱਠੀ ਲਿਖੀ ਹੈ ਤੇ ਭਾਈ ਗੜੀਆ ਜੀ ਨੂੰ ਇਹ ਫੜਾਉਣੀ ਕੀਤੀ। ਗਮਨਿਓ ਲੀਨ ਪਾਲਕੀ ਸਾਥ। ਤੇ ਭਾਈ ਗੜੀਆ ਜੀ ਪਾਲਕੀ ਨਾਲ ਲੈ ਕੇ ਤੇ ਹਜ਼ੂਰ ਪਾਤਸ਼ਾਹ ਜੀ ਦੀ ਇਹ ਪੱਤਰਕਾ ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਹਨ। ਸਨੈ ਸਨੈ ਪਰ ਗੋਇੰਦਵਾਲ। ਇਸ ਤਰ੍ਹਾਂ ਪੜਾਅ ਦਰ ਪੜਾਅ ਚੱਲਦਿਆਂ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਦੇ ਹਨ। ਮਿਲਿਓ ਆਏ ਗੜੀਆ ਤਿਸ ਕਾਲ। ਤੇ ਭਾਈ ਗੜੀਆ ਜੀ ਆ ਕੇ ਫਿਰ ਬਾਬਾ ਆਨੰਦ ਜੀ ਨੂੰ ਮਿਲੇ ਹਨ। ਪਦ ਅਰਬਿੰਦ ਆਨੰਦ ਕੇ ਬੰਦੇ। ਤੇ ਬਾਬਾ ਆਨੰਦ ਜੀ ਦੇ ਮੁਬਾਰਕ ਕਮਲਾਂ ਰੂਪੀ ਚਰਨਾਂ ਉਤੇ ਭਾਈ ਗੜੀਏ ਨੇ ਮਸਤਕ ਰੱਖ ਨਮਸਕਾਰ ਕੀਤੀ। ਦਈ ਪੱਤਰਕਾ ਪਠੀ ਬਿਲੰਦੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪੱਤਰਕਾ ਚਿੱਠੀ ਸੁਨੇਹਾ ਜਿਹੜਾ ਸੀਗਾ ਉਹ ਬਾਬਾ ਆਨੰਦ ਜੀ ਦੇ ਹੱਥਾਂ ਵਿੱਚ ਦਿੱਤਾ।
ਤੇ ਬਾਬਾ ਆਨੰਦ ਜੀ ਨੇ ਬੜੇ ਪਿਆਰ ਵਿੱਚ ਉਹਨੂੰ ਪੜ੍ਹਨਾ ਕੀਤਾ। ਲਿਖੀ ਪ੍ਰੇਮ ਕਰ ਬਾਂਚੀ ਤੇ ਜਬੈ ਜਿਹੜੀ ਬੜੇ ਪ੍ਰੇਮ ਦੇ ਨਾਲ ਲਿਖੀ ਹੋਈ ਸੀ ਗੁਰੂ ਸਾਹਿਬ ਜੀ ਨੇ, ਤੇ ਬਾਂਚੀ ਜਬੈ ਬਾਬਾ ਆਨੰਦ ਜੀ ਨੇ ਉਹਨੇ ਹੀ ਪ੍ਰੇਮ ਦੇ ਨਾਲ ਜਦੋਂ ਪੜ੍ਹਨੀ ਕੀਤੀ, ਮਗਨ ਆਨੰਦ ਆਨੰਦ ਸੋ ਤਬੈ ਤੇ ਬਾਬਾ ਆਨੰਦ ਜੀ ਆਨੰਦ ਦੇ ਵਿੱਚ ਮਗਨ ਹੋ ਗਏ, ਕਿਉਂਕਿ ਗੁਰੂ ਕੇ ਬਚਨ ਆਨੰਦ ਦੇਣ ਵਾਲੇ ਨੇ। ਫਿਰ ਇਧਰ ਬਾਬਾ ਆਨੰਦ ਜੀ ਦਾ ਨਾਮ ਵੀ ਆਨੰਦ ਹੈ, ਤਾਂ ਆਨੰਦ ਜੀ ਆਨੰਦ ਵਿੱਚ ਮਗਨ ਹੋ ਗਏ ਹਨ। ਗੁਰ ਲੀਲਾ ਕੇ ਚਲਤ ਵਿਚਾਰੇ ਤੇ ਗੁਰੂ ਸਾਹਿਬ ਜੀ ਦੀਆਂ ਇਹ ਜਿਹੜੀਆਂ ਲੀਲਾ ਨੇ, ਜੋ ਗੁਰੂ ਕੇ ਕੌਤਕ ਹਨ, ਇਹਨਾਂ ਨੂੰ ਵਿਚਾਰ ਕਰਨ ਲੱਗੇ। ਆਪਨ ਪਉ ਦੁਰਾਏ ਵਿਵਹਾਰੇ ਤੇ ਆਪਨ ਪਉ ਦੁਰਾਏ ਵਿਵਹਾਰੇ, ਆਪਣਾ ਵਿਵਹਾਰ ਜਿਹੜਾ ਸੀ ਉਹਦੇ ਵੱਲ ਝਾਤ ਮਾਰ ਕੇ ਕਹਿਣ ਲੱਗੇ। ਅਪਰ ਨਰਨ ਕੇ ਕਰੈ ਸਮਾਨ ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਆਪਨ ਪਉ ਦੁਰਾਏ ਵਿਵਹਾਰੇ, ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ। ਤੇ ਜਿਹੜੇ ਆਮ ਸੰਸਾਰ ਦੇ ਜੀਵ ਜਿਸ ਤਰ੍ਹਾਂ ਸੰਸਾਰ ਵਿੱਚ ਵਿਚਰਦੇ ਨੇ ਨਾ, ਇਸ ਤਰ੍ਹਾਂ ਗੁਰੂ ਹਰਗੋਬਿੰਦ ਮਹਾਰਾਜ ਵਿਚਰਦੇ ਨੇ। ਇਹ ਨਾ ਸਮਝੋ ਗੁਰੂ ਹਰਗੋਬਿੰਦ ਮਹਾਰਾਜ ਆਮ ਇਨਸਾਨ ਬਣ ਕੇ ਰਹਿੰਦੇ ਨੇ, ਨਹੀਂ, ਗੁਰੂ ਆਮ ਨਹੀਂ ਹੈ ਤੇ ਭੁੱਲੜ ਸਿੱਖ ਅੱਜ ਕਹਿ ਜਾਂਦੇ ਨੇ। ਪਰ ਹਾਂ, ਬਾਬਾ ਆਨੰਦ ਜੀ ਕਹਿੰਦੇ ਗੁਰੂ ਸਾਹਿਬ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹਨ, ਪ੍ਰਗਟ ਨਹੀਂ ਕਰਦੇ ਹਨ। ਕਰਤਾ ਹਰਤਾ ਸਰਬ ਜਹਾਨ ਉਹ ਸਾਰੀ ਸ੍ਰਿਸ਼ਟੀ ਦੇ ਕਰਤਾ ਹਰਤਾ, ਨਾਸ਼ ਕਰਨ ਵਾਲੇ, ਪਾਲਣ ਪੋਸ਼ਣ ਕਰਨ ਵਾਲੇ ਹਨ। ਜਿਸ ਕੀ ਮਾਇਆ ਮਹਾ ਅਪਾਰ ਜਿਸ ਗੁਰੂ ਹਰਗੋਬਿੰਦ ਮਹਾਰਾਜ ਦੀ ਰਚੀ ਹੋਈ ਇਹ ਮਾਇਆ ਹੈ ਸਾਰੀ ਸ੍ਰਿਸ਼ਟੀ ਜਿਹੜੀ, ਤੇ ਬੜੀ ਮਹਾਨ ਹੈ। ਜਿਸ ਕੋ ਕਬ ਕਿਨ ਲਹਿਓ ਨ ਪਾਰ ਜਿਸ ਮਾਇਆ ਦਾ ਹੀ ਅੱਜ ਤੱਕ ਕਿਸੇ ਨੇ ਕੋਈ ਪਾਰ ਕੋਈ ਅੰਤ ਨਹੀਂ ਲਿਆ, ਉਹ ਗੁਰੂ ਹਰਗੋਬਿੰਦ ਮਹਾਰਾਜ ਇਸ ਮਾਇਆ ਨੂੰ ਰਚਣ ਵਾਲੇ ਨੇ। ਉਸ ਗੁਰੂ ਦਾ ਕੋਈ ਪਾਰਾਵਾਰ ਕਿੱਥੋਂ ਲੈ ਲਵੇਗਾ। ਕਰਤਾ ਹਰਤਾ ਸਰਬ ਜਹਾਨ ਉਹ ਸਾਰੇ ਜਹਾਨ ਨੂੰ ਕਰਤਾ ਹਰਤਾ, ਪੈਦਾ ਕਰਨ ਵਾਲੇ, ਲੈ ਕਰਨ ਵਾਲੇ, ਨਾਸ਼ ਕਰਨ ਵਾਲੇ ਹਨ। ਤਿਨ ਕੋ ਅਬ ਦਰਸ਼ਨ ਮੈਂ ਪਾਉ ਕਹਿੰਦੇ ਇਸ ਵਕਤ ਮੈਂ ਗੁਰੂ ਹਰਗੋਬਿੰਦ ਮਹਾਰਾਜ ਦੇ ਹੁਣ ਦਰਸ਼ਨ ਕਰਨੇ ਨੇ, ਗੁਰੂ ਕਾ ਹੁਕਮ ਆਇਆ ਮੇਰੇ ਵਾਸਤੇ। ਧਨ ਜਨਮ ਆਪਨੋ ਕਰ ਆਉ ਤੇ ਮੈਂ ਆਪਣਾ ਜਨਮ ਜਿਹੜਾ ਉਹ ਧਨ ਕਰ ਆਵਾਂਗਾ, ਮੇਰਾ ਜਨਮ ਸਫਲਾ ਹੋ ਜਾਵੇਗਾ। ਲੈ ਆਪਣੇ ਸੰਗ ਮਾਨਵ ਬ੍ਰਿੰਦ ਇਸ ਤਰ੍ਹਾਂ ਬਾਬਾ ਆਨੰਦ ਜੀ ਨੇ ਆਪਣੇ ਨਾਲ ਕੁਝ ਸੇਵਕ ਲਏ ਹਨ। ਭਇਓ ਤਿਆਰ ਚਲਬੇ ਆਨੰਦ ਤੇ ਬਾਬਾ ਆਨੰਦ ਜੀ ਬੜੇ ਆਨੰਦ ਦੇ ਵਿੱਚ ਚੱਲਣ ਵਾਸਤੇ ਤਿਆਰ ਹੋ ਗਏ ਹਨ। ਚੜੇ ਪਾਲਕੀ ਆਵਤ ਭਏ ਭਾਈ ਗੜੀਆ ਜੀ ਜਿਹੜੀ ਪਾਲਕੀ ਲੈ ਕੇ ਆਏ ਸਨ ਨਾ, ਬਾਬਾ ਆਨੰਦ ਜੀ ਉਸ ਪਾਲਕੀ ਵਿੱਚ, ਗੁਰੂ ਹੁਕਮ ਸੀ ਕਿ ਪਾਲਕੀ ਵਿੱਚ ਆਉਣਾ ਹੈ। ਭਾਈ ਗੜੀਆ ਜੀ ਨੇ ਵੀ ਹੁਕਮ ਸੁਣਾਇਆ ਹੈ, ਬੇਨਤੀ ਵੀ ਕੀਤੀ, ਤੇ ਬਾਬਾ ਆਨੰਦ ਜੀ ਪਾਲਕੀ ਵਿੱਚ ਸੁਭਾਇਮਾਨ ਹੋ ਗਏ ਹਨ। ਗੜੀਆ ਅਪਰ ਲੋਕ ਸੰਗ ਲਏ ਤੇ ਹੋਰ ਭਾਈ ਗੜੀਆ ਜੀ ਨੂੰ ਨਾਲ ਲੈ ਲਿਆ, ਕੁਝ ਆਪਣੇ ਸਿੱਖ ਸੇਵਕ ਸੇਵਾਦਾਰ ਨਾਲ ਲੈ ਲਏ ਹਨ। ਪਹੁੰਚੇ ਨਿਕਟ ਜਬੈ ਸੁਧ ਲਏ ਤੇ ਜਦੋਂ ਚੱਲਦਿਆਂ ਇਧਰ ਹਜੂਰ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਗੁਰੂ ਹਰਗੋਬਿੰਦ ਮਹਾਰਾਜ ਨੂੰ ਜਦੋਂ ਇਹ ਸੁਧ ਖਬਰ ਹੋਈ ਤਾਂ ਸ੍ਰੀ ਗੁਰ ਹਰਗੋਬਿੰਦ ਤਬ ਗਏ ਤੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਜਦੋਂ ਖਬਰ ਮਿਲੀ ਨਾ ਕਿ ਪਾਲਕੀ ਸਾਹਿਬ ਨਜ਼ਦੀਕ ਆ ਗਈ ਹੈ, ਬਹੁਤ ਜਲਦੀ ਤੁਹਾਡੇ ਤੱਕ ਪਹੁੰਚ ਜਾਣੀ, ਗੁਰੂ ਹਰਗੋਬਿੰਦ ਮਹਾਰਾਜ ਅੱਗੋਂ ਲੈਣ ਵਾਸਤੇ ਚੱਲਦੇ ਹਨ। ਮਿਲੇ ਜਾਏ ਕਰ ਦੂਰ ਅਗਾਰੇ ਹਾਲੇ ਕਾਫੀ ਦੂਰ ਨੇ, ਪਰ ਗੁਰੂ ਹਰਗੋਬਿੰਦ ਮਹਾਰਾਜ ਉੱਥੋਂ ਤੱਕ ਗਏ। ਇਹ ਨਹੀਂ ਕਿਹਾ ਵੀ ਜਦੋਂ ਦਰਵਾਜ਼ੇ ਤੇ ਆ ਜਾਣਗੇ ਉਦੋਂ ਅੱਗੋਂ ਦੀ ਹੋ ਜਾਣਗੇ, ਜਿਵੇਂ ਆਪਣਾ ਕਈ ਵਾਰ ਸੁਭਾਅ ਹੋ ਜਾਂਦਾ ਹੈ। ਪਰ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਪਤਾ ਹਲੇ ਦੂਰ ਨੇ, ਪਰ ਸਤਿਗੁਰੂ ਪਾਤਸ਼ਾਹ ਉੱਥੋਂ ਤੱਕ ਚੱਲ ਕੇ ਗਏ ਹਨ। ਤੂਸਨ ਧਰੇ ਹਟਾਏ ਕਹਾਰੇ ਤੇ ਬੜੇ ਪਿਆਰ ਦੇ ਨਾਲ, ਬੜੇ ਆਰਾਮ ਜਿਹੇ ਦੇ ਨਾਲ ਜਾ ਕੇ ਨਾ, ਬਾਬਾ ਆਨੰਦ ਜੀ ਪਾਲਕੀ ਦੇ ਵਿੱਚ ਨੇ। ਜਿਹੜੇ ਕਹਾਰਾਂ ਨੇ ਪਾਲਕੀ ਚੱਕੀ ਹੈ, ਉਹਨਾਂ ਦੇ ਵਿੱਚੋਂ ਇੱਕ ਨੂੰ ਪਾਤਸ਼ਾਹ ਜੀ ਨੇ ਹਟਾ ਦਿੱਤਾ ਇਸ਼ਾਰਾ ਕਰਕੇ ਕਿ ਤੂੰ ਪਾਸੇ ਹਟ ਜਾ। ਬੋਲੇ ਨਹੀਂ, ਕਿਉਂਕਿ ਆਵਾਜ਼ ਕਰਨਗੇ ਬਾਬਾ ਆਨੰਦ ਜੀ ਨੂੰ ਪਤਾ ਚੱਲ ਜਾਏਗਾ। ਹਜੂਰ ਪਾਤਸ਼ਾਹ ਜੀ ਆਪ ਪਾਲਕੀ ਨੂੰ ਮੋਢਾ ਦੇਣ ਲੱਗੇ ਹਨ। ਆਪਨ ਕੰਧ ਸਿਵਕਾਸ ਉਠਾਏ ਕਿੰਨਾ ਪ੍ਰੇਮ ਕਰਦੇ, ਕਿੰਨਾ ਅਦਬ ਕਰਦੇ ਨੇ ਗੁਰੂ ਪਰਿਵਾਰ ਦਾ, ਗੁਰਸਿੱਖਾਂ ਦਾ, ਉੱਚੀਆਂ ਅਵਸਥਾ ਵਾਲਿਆਂ ਦਾ, ਕਿ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਮੋਢੇ ਤੇ ਉਹ ਪਾਲਕੀ ਸਾਹਿਬ ਚੁੱਕ ਲਈ ਹੈ। ਕਿਸੇ ਰੀਤ ਚਾਲੇ ਅਗਵਾਏ ਤੇ ਜਿਸ ਤਰ੍ਹਾਂ ਦੂਜੇ ਕਹਾਰ ਨਾਲ ਚੱਲਦੇ ਸੀ, ਗੁਰੂ ਸਾਹਿਬ ਆਪ ਮੋਢਾ ਇੱਕ ਪਾਸੇ ਲਗਾ ਕੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਪਾਲਕੀ ਚੱਲੀ ਆਉਂਦੀ ਸੀ, ਇਸੇ ਤਰ੍ਹਾਂ ਹਜੂਰ ਪਾਤਸ਼ਾਹ ਉਸੇ ਚਾਲ ਵਿੱਚ ਨਾਲ ਚੱਲਣ ਲੱਗ ਪਏ। ਮਾਨ ਬੜਾਵਨ ਹੇਤ ਕਿਰਪਾਲਾ ਕਿਰਪਾਲੂ ਸਤਿਗੁਰੂ ਜੀ ਬਾਬਾ ਆਨੰਦ ਜੀ ਦਾ ਅਦਬ ਵਧਾ ਰਹੇ ਨੇ, ਉਹਨਾਂ ਦਾ ਸਨਮਾਨ ਵਧਾ ਰਹੇ ਹਨ। ਧਰੇ ਕੰਧ ਪਰ ਮਗ ਮਹਿ ਚਾਲਾ ਇਸ ਤਰ੍ਹਾਂ ਆਪਣੇ ਮੋਢੇ ਉੱਤੇ ਪਾਲਕੀ ਸਾਹਿਬ ਚੁੱਕ ਕੇ ਮਗ ਮਹਿ ਚਾਲਾ,
ਰਸਤੇ ਵਿੱਚ ਆਪ ਚੱਲ ਰਹੇ ਹਨ। ਜਾਣਿਓ ਜਬ ਆਨੰਦ ਜੀ ਐਸੇ। ਜਦੋਂ ਕੁਝ ਕੁ ਚੱਲੇ ਨੇ ਤਾਂ ਬਾਬਾ ਆਨੰਦ ਜੀ ਨੂੰ ਜਦੋਂ ਇਹ ਥੋੜੀ ਜੀ ਅੰਦਰ ਆਵਾਜ਼ ਕੋਈ ਸੁਣੀ ਜਾਂ ਕੋਈ ਇਸ਼ਾਰਾ ਪ੍ਰਾਪਤ ਹੋਇਆ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੂੰ ਮਹਿਸੂਸ ਹੋਇਆ ਨਾ, ਅਸੀਂ ਕਲਯੁਗੀ ਜੀਵ ਕੀ ਦੱਸੀਏ, ਉਹਨਾਂ ਨੂੰ ਕਿਵੇਂ ਪਤਾ ਲੱਗਾ। ਸੋ ਬਾਬਾ ਆਨੰਦ ਜੀ ਨੂੰ ਜਦੋਂ ਇਹ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਮਹਾਰਾਜ ਮੋਢਾ ਦੇ ਕੇ ਪਾਲਕੀ ਲਿਜਾ ਰਹੇ ਹਨ, ਭਏ ਸੂਤ ਅਰਜਨ ਕੇ ਜੈਸੇ। ਤੇ ਮਨ 'ਚ ਖਿਆਲ ਆਉਂਦਾ ਹੈ ਕਿ ਜਿਵੇਂ ਸ਼੍ਰੀ ਅਰਜਨ ਜੀ ਦਾ ਰਥ ਜਿਹੜਾ ਉਹ ਸ਼੍ਰੀ ਕ੍ਰਿਸ਼ਨ ਜੀ ਕਦੀ ਰਥਵਾਹੀ ਹੋ ਕੇ ਚਲਾਉਂਦੇ ਸਨ। ਨਿਮਰੇ ਹੋਨ ਹੇਰ ਗਤ ਮਨ ਕੇ। ਇਹ ਤਾਂ ਗੁਰੂ ਹਰਗੋਬਿੰਦ ਮਹਾਰਾਜ ਦਾ ਸੁਭਾਅ ਹੈ ਕਿ ਸਾਡੇ ਵਰਗੇ ਅਲਪੱਗ ਜੀਵਾਂ ਦੀ ਪਾਲਕੀ ਨੂੰ ਆਪ ਮੋਢਾ ਦੇ ਰਹੇ ਹਨ। ਇਮਹੀ ਰੀਤ ਪੁਰਾਤਨ ਇਨਕੀ। ਤੇ ਬਾਬਾ ਆਨੰਦ ਜੀ ਕਹਿੰਦੇ ਤਾਂ ਮੁੱਢ ਕਦੀਮਾ ਤੋਂ ਪੁਰਾਤਨ ਰੀਤ ਚੱਲੀ ਆਉਂਦੀ ਇਹਨਾਂ ਦੀ। ਤਬ ਹੀ ਕੂਦ ਪਾਲਕੀ ਤਿਆਗੇ। ਪਰ ਹੁਣ ਇਹ ਥੋੜੀ ਹੈ ਕਿ ਜੇ ਗੁਰੂ ਸਾਹਿਬ ਮੋਢਾ ਦੇਣ ਲੱਗ ਗਏ ਨੇ, ਗੁਰੂ ਦਾ ਸੁਭਾਅ ਹੈ ਨਿਮਰਤਾ ਵਿੱਚ ਰਹਿਣਾ, ਸਿੱਖਾਂ ਨੂੰ ਪਿਆਰਿਆਂ ਨੂੰ ਸਤਿਕਾਰ ਦੇਣਾ, ਤੇ ਮੈਂ ਸਤਿਕਾਰ ਲਈ ਜਾਵਾਂ। ਨਹੀਂ, ਬਾਬਾ ਆਨੰਦ ਜੀ ਉਸੇ ਵੇਲੇ ਪਾਲਕੀ ਵਿੱਚੋਂ ਬਾਹਰ ਕੁੱਦ ਗਏ ਹਨ। ਮਿਲੇ ਪਰਸ ਪਰ ਅਤ ਅਨੁਰਾਗੇ। ਬਾਹਰ ਛਾਲ ਮਾਰ ਦਿੱਤੀ, ਕਹਿੰਦੇ ਨਹੀਂ ਸਤਿਗੁਰੂ, ਮੇਰੇ ਤੋਂ ਇਹ ਜਿਹੜਾ ਅਦਬ ਹੈ ਜੋ ਤੁਸੀਂ ਕਰ ਰਹੇ ਹੋ, ਮੈਂ ਇਹਦੇ ਲਾਇਕ ਨਹੀਂ ਹਾਂ, ਤੁਸੀਂ ਗੁਰੂ ਸਰੂਪ ਹੋ। ਇਸ ਤਰ੍ਹਾਂ ਉਤਰ ਕੇ ਹਜੂਰ ਪਾਤਸ਼ਾਹ ਦੇ ਚਰਨੀ ਹੱਥ ਲਾਇਆ, ਮਸਤਕ ਟੇਕਿਆ ਤੇ ਹਜੂਰ ਨੂੰ ਮਿਲੇ ਹਨ। ਜਗ ਕੇ ਨਰਨ ਬੰਚਨਾ ਕਰੋ। ਤੇ ਬੜੇ ਪਿਆਰ ਵਿੱਚ ਕਹਿੰਦੇ ਨੇ, ਹਜੂਰ ਪਾਤਸ਼ਾਹ ਜੀ ਤੁਸੀਂ ਜੱਗ ਦੇ ਮਨੁੱਖ ਆ, ਜਿਹੜੇ ਸੰਸਾਰੀ ਮਨੁੱਖ ਨੇ, ਇਹਨਾਂ ਦਾ ਉਧਾਰ ਕਰਨ ਵਾਲੇ ਹੋ, ਤੇ ਤੁਸੀਂ ਸੰਸਾਰੀ ਮਨੁੱਖਾਂ ਦੀ ਤਰ੍ਹਾਂ ਕਿਉਂ ਇਹ ਸੁਭਾਅ ਧਾਰਨ ਕੀਤਾ ਹੈ। ਅਦ ਪ੍ਰਤਾਪ ਤਰ ਸਭ ਤੇ ਦੁਰਹੋ। ਮਹਾਰਾਜ ਤੁਸੀਂ ਇੰਨਾ ਮਹਾਨ ਪ੍ਰਤਾਪ ਧਾਰਨ ਕੀਤਾ ਹੈ, ਪਰ ਫਿਰ ਵੀ ਸਭ ਤੇ ਦੁਰੋ, ਸਾਰਿਆਂ ਤੋਂ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹੋ। ਇਮ ਉਚਰਤ ਗ੍ਰਹਿ ਮਹੁਲੇ ਆਏ। ਇਸ ਤਰ੍ਹਾਂ ਹੁਣ ਬਚਨ ਕਰਦਿਆਂ ਕਰਦਿਆਂ ਨਾ ਹੁਣ ਪੈਦਲ ਹੀ ਚੱਲੇ ਆ ਰਹੇ ਨੇ, ਹੁਣ ਪਾਲਕੀ ਚ ਉਤਰ ਗਏ ਨੇ ਬਾਬਾ ਆਨੰਦ ਜੀ। ਇਸ ਤਰ੍ਹਾਂ ਬਚਨ ਕਰਦਿਆਂ ਕਰਦਿਆਂ ਘਰ ਤੱਕ ਆ ਗਏ ਹਨ। ਰੁਚਰ ਭਰਯੰਕ ਬਿਛਾਵਨ ਛਾਏ। ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਉਸੇ ਵੇਲੇ ਹੁਕਮ ਕਰਕੇ ਸੋਹਣੀ ਵਿਛਾਈ ਜਿਹੜੀ ਆਪ ਨਾਲ ਲੱਗ ਕੇ ਹਜੂਰ ਪਾਤਸ਼ਾਹ ਬਾਬਾ ਆਨੰਦ ਜੀ ਵਾਸਤੇ ਕਰਵਾਉਣ ਲੱਗੇ। ਕਰ ਪੂਜਾ ਸਨਮਾਨ ਬਿਠਾਏ। ਆਪ ਬੜਾ ਸਨਮਾਨ ਕਰਕੇ ਬਾਬਾ ਆਨੰਦ ਜੀ ਨੂੰ ਸੋਹਣੀ ਵਿਛਾਈ, ਸੋਹਣੇ ਪਲੰਗ ਦੇ ਉੱਤੇ ਹਜੂਰ ਪਾਤਸ਼ਾਹ ਨੇ ਆਪ ਬਾਂਹ ਤੋਂ ਫੜ ਕੇ ਬਿਠਾਇਆ। ਮਰਦੁਲ ਮਧੁਰ ਮੁਖ ਬਾਕ ਅਲਾਏ। ਤੇ ਬੜੇ ਪਿਆਰ ਦੇ ਨਾਲ ਆਪਣੀ ਰਸਨਾ ਤੋਂ ਮਿੱਠੇ ਅਗੰਮੀ ਬਚਨ ਕਹਿਣ ਲੱਗੇ। ਬ੍ਰਿਹਾ ਤੁਮਾਰਾ ਤੁਮਾਰੋ ਪਾਚਰ ਕਾਲਾ। ਤੇ ਕਹਿੰਦੇ ਬਾਬਾ ਆਨੰਦ ਜੀ ਬੜੇ ਚਿਰ ਤੋਂ ਤੁਹਾਡੇ ਨਾਲ ਵਿਛੋੜਾ ਹੋਇਆ ਪਿਆ ਸੀ, ਭਾਵ ਗੁਰੂ ਪਰਿਵਾਰ ਨੂੰ ਬੜੇ ਚਿਰ ਤੋਂ ਅਸੀਂ ਨਾ ਗੋਇੰਦਵਾਲ ਸਾਹਿਬ ਜਾ ਸਕੇ, ਨਾ ਆਪ ਗੁਰੂ ਪਰਿਵਾਰ ਗੁਰੂ ਅੰਸ ਬੰਸ ਦੇ ਦਰਸ਼ਨ ਕਰ ਸਕੇ, ਨਾ ਅਸੀਂ ਕੋਈ ਸੇਵਾ ਕਮਾ ਸਕੇ। ਨਹੀਂ ਮਿਲੇ ਮਨ ਪ੍ਰੇਮ ਵਿਸਾਲਾ। ਤੇ ਬੜੇ ਚਿਰ ਤੋਂ ਮਿਲਾਪ ਹੀ ਨਾ ਹੋ ਸਕਿਆ, ਮਨ ਦੇ ਵਿੱਚ ਬੜਾ ਪ੍ਰੇਮ ਸੀਗਾ ਤੁਹਾਡੇ ਦਰਸ਼ਨ ਕਰਨ ਦਾ। ਤਬ ਕੇ ਸੇਵਾ ਤੇ ਰਹਿ ਗਏ। ਬਸ ਉਦੋਂ ਤੋਂ ਜਦੋਂ ਤੋਂ ਆ ਜੰਗ ਸ਼ੁਰੂ ਹੋਏ ਨੇ, ਤੁਰਕਾਂ ਨੇ ਬਖੇੜੇ ਸ਼ੁਰੂ ਕੀਤੇ ਨੇ, ਹਜੂਰ ਕਹਿੰਦੇ ਬਾਬਾ ਆਨੰਦ ਜੀ ਉਦੋਂ ਤੋਂ ਤੁਹਾਡੀ ਸੇਵਾ ਤੋਂ ਹੀ ਰਹਿ ਗਏ ਹਾਂ। ਕਬ ਹੋ ਭਾਈ ਨਹਿ ਕਾਂਖਾ ਕੀਏ। ਤੇ ਇਹ ਸੇਵਾ ਕਦੀ ਸਾਨੂੰ ਪ੍ਰਾਪਤ ਹੀ ਨਾ ਹੋ ਸਕੀ, ਨਹਿ ਕਾਂਖਾ ਕੀਏ, ਇਹ ਕਾਂਖਾ ਇੱਛਾ ਪੈਦਾ ਹੋਈ ਪਰ ਇਹ ਸੇਵਾ ਨਾ ਪ੍ਰਾਪਤ ਹੋ ਸਕੀ। ਜਬ ਕੇ ਵਿਛੜੇ ਸੁਖ ਨ ਪਾਇਬ। ਸਭ ਕਹਿੰਦੇ ਜਦੋਂ ਤੋਂ ਵਿਛੜੇ ਆ ਨਾ, ਸੁਖ ਨਹਿ ਪਾਇਬ। ਇਹ ਸਾਨੂੰ ਸੰਸਾਰੀ ਜੀਵਾਂ ਨੂੰ ਸਿਖਾਉਂਦੇ ਨੇ। ਮਤਾ ਕੋਈ ਇਹ ਸਮਝੇ ਕਿ ਗੁਰੂ ਨੂੰ ਵੀ ਦੁੱਖ ਆਏ ਹੋਏ ਨੇ, ਸਭ ਸਿਖਾਉਂਦੇ ਨੇ ਜਦੋਂ ਕੋਈ ਗੁਰੂ ਨਾਲੋਂ ਟੁੱਟ ਜਾਵੇ, ਗੁਰ ਸੰਗਤ ਨਾਲੋਂ ਟੁੱਟ ਜਾਵੇ, ਗੁਰਸਿੱਖਾਂ ਦੀ ਸੰਗਤ ਤੋਂ ਟੁੱਟ ਜਾਵੇ ਜਾਂ ਸੇਵਾ ਤੋਂ ਟੁੱਟ ਜਾਵੇ ਤਾਂ ਉਹਨੂੰ ਸੁੱਖ ਨਹੀਂ ਮਿਲਦਾ। ਇਹ ਹਜੂਰ ਪਾਤਸ਼ਾਹ ਕੇਵਲ ਸਾਨੂੰ ਸਿਖਾ ਰਹੇ ਨੇ। ਇਸ ਲਈ ਇਹ ਸ਼ਬਦ ਵਰਤਿਆ ਕਿ ਜਦੋਂ ਤੋਂ ਗੁਰੂ ਪਰਿਵਾਰ ਦੀ ਸੇਵਾ ਨਾ ਪ੍ਰਾਪਤ ਹੋ ਸਕੀ, ਗੋਇੰਦਵਾਲ ਸਾਹਿਬ ਨਾ ਜਾ ਸਕੇ, ਗੁਰ ਅੰਸ ਬੰਸ ਦੇ ਦਰਸ਼ਨ ਨਾ ਕਰ ਸਕੇ, ਬਸ ਉਦੋਂ ਤੋਂ ਹੀ ਆ ਸਾਰਾ ਕੁਝ ਸ਼ੁਰੂ ਹੋ ਗਿਆ ਹੈ। ਬਾਦ ਦੁੰਦ ਨਿਤ ਤੁਰਕ ਉਠਾਇਵ। ਤੇ ਇਹ ਰੋਜ਼ ਤੁਰਕ ਜਿਹੜੇ ਨੇ, ਇਹ ਬਾਦ ਦੁੰਦ, ਇਹ ਝਗੜੇ ਬਖੇੜੇ ਜਿਹੜੇ ਹਨ ਉਠਾ ਰਹੇ ਹਨ। ਹਮਕੋ ਆਪ ਜਾਣਤੇ ਕੈਸੇ। ਤੇ ਸਾਹਿਬ ਪਾਤਸ਼ਾਹ ਬੜੇ ਪਿਆਰ ਵਿੱਚ ਆ ਕੇ ਕਹਿੰਦੇ ਬਾਬਾ ਆਨੰਦ ਜੀ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ। ਇਹਦੇ ਬੇਅੰਤ ਅਰਥ ਨੇ। ਇੱਕ ਤਾਂ ਇਹ ਵੀ ਤੁਸੀਂ ਸਾਡੇ ਬਾਰੇ ਵਿੱਚ ਕੀ ਜਾਣਦੇ ਹੋ, ਕਿਉਂਕਿ ਦੇਖੋ ਕੋਈ ਗੁਰੂ ਨੂੰ ਗੁਰੂ ਰੂਪ ਵਿੱਚ ਜਾਣਦਾ ਹੁੰਦਾ ਹੈ,
ਕੋਈ ਗੁਰੂ ਨੂੰ ਪਤੀ ਰੂਪ ਵਿੱਚ ਜਾਣ ਰਿਹਾ, ਕੋਈ ਗੁਰੂ ਨੂੰ ਪੁੱਤਰ ਰੂਪ ਵਿੱਚ ਜਾਣਦਾ ਹੈ, ਕੋਈ ਅੱਜ ਸਾਡੇ ਵਰਗਾ ਭੁੱਲੜ ਗੁਰੂ ਨੂੰ ਆਮ ਇਨਸਾਨ ਹੀ ਕਰਕੇ ਜਾਣਦਾ ਫਿਰਦਾ ਹੈ, ਕੋਈ ਗੁਰੂ ਨੂੰ ਕੇਵਲ ਗੁਰੂ ਰੂਪ ਤੱਕ ਹੀ ਜਾਣਦਾ ਹੈ। ਇੱਕ ਤਾਂ ਇਹ ਹੈ ਕਿ ਬਾਬਾ ਆਨੰਦ ਜੀ ਤੁਸੀਂ ਸਾਨੂੰ ਕਿਸ ਰੂਪ ਵਿੱਚ ਜਾਣਦੇ ਹੋ। ਦੂਜਾ, ਬਾਬਾ ਆਨੰਦ ਜੀ ਮਿਲਾਪ ਤੇ ਹੋਇਆ ਨਹੀਂ, ਬਹੁਤ ਪਹਿਲਾਂ ਕਦੇ ਸੀ ਗੋਇੰਦਵਾਲ ਸਾਹਿਬ ਗਏ, ਤੁਸੀਂ ਸਾਨੂੰ ਕਿਸ ਤਰ੍ਹਾਂ ਜਾਣਦੇ, ਕਿਸ ਤਰ੍ਹਾਂ ਪਹਿਚਾਨ ਲਿਆ ਹੈ। ਸੋ ਇਹ ਕਈ ਇਸ਼ਾਰਿਆਂ ਦੇ ਵਿੱਚ ਹਜ਼ੂਰ ਪਾਤਸ਼ਾਹ ਨੇ ਬਚਨ ਕਿਹਾ ਹੈ, ਕਰੁਣਾ ਕਰੋ ਬਤਾਵੋ ਤੈਸੇ। ਤੇ ਕਿਰਪਾ ਕਰਕੇ ਦੱਸੋ। ਕਿਉਂਕਿ ਵੈਸੇ ਤੇ ਬਾਬਾ ਆਨੰਦ ਜੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਜਾਣਦੇ ਹੀ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਮਾਲਕ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ, ਸਪੁੱਤਰ ਨੇ। ਪਰ ਹਜ਼ੂਰ ਪਾਤਸ਼ਾਹ ਕਿਸ ਅਗੰਮੀ ਰਸ ਵਿੱਚ ਆ ਕੇ ਸਵਾਲ ਕੀਤਾ ਹੈ, ਇਹ ਗੁਰੂ ਦੀਆਂ ਗੁਰੂ ਜਾਣੇ, ਅਸੀਂ ਮੂਰਖ ਕੇਵਲ ਅਰਥ ਕਰ ਰਹੇ ਹਾਂ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ, ਕਿਰਪਾ ਕਰਕੇ ਦੱਸਣਾ ਕਰੋ। ਸੁਨਤ ਆਨੰਦ ਆਨੰਦ ਵਿਸਾਲੇ। ਤੇ ਬਾਬਾ ਆਨੰਦ ਜੀ ਬੜੇ ਆਨੰਦ ਦੇ ਵਿੱਚ ਆ ਕਰਕੇ ਕਹਿਣ ਲੱਗੇ, ਪ੍ਰੇਮ ਮਗਨ ਹੋਇ कहत ਉਤਾਲੇ। ਤੇ ਬੜੇ ਉਤਾਵਲੇ ਹੋ ਕੇ ਨਾ ਗੁਰੂ ਕੀ ਬਾਤ ਬੜੇ ਪ੍ਰੇਮ ਵਿੱਚ ਆ ਕੇ ਕਰਨ ਲੱਗੇ। ਸ੍ਰੀ ਗੁਰੂ ਨਾਨਕ ਅੰਗਦ ਰੂਪ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਸਰੂਪ। ਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਧੰਨ ਗੁਰੂ ਅੰਗਦ ਦੇਵ ਮਹਾਰਾਜ। ਤ੍ਰਿਤੀਏ ਸ੍ਰੀ ਗੁਰ ਅਮਰ ਅਨੂਪ। ਤੇ ਤ੍ਰਿਤੀਏ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਸ ਜੋਤ ਦੇ ਮਾਲਕ ਬਣੇ। ਸਤਿਗੁਰੂ ਰਾਮਦਾਸ ਸ੍ਰੀ ਅਰਜਨ। ਤੇ ਫਿਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਜੋਤ ਦੇ ਮਾਲਕ ਬਣੇ। ਹਰ ਗੋਬਿੰਦ ਖਸ਼ਟਮ ਤੁਮ ਤਿਨ ਤਨ। ਤੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਖਸ਼ਟਮ, ਤੁਸੀਂ ਛੇਵੇਂ ਥਾਂ ਤੇ ਇਸ ਜੋਤ ਦੇ ਮਾਲਕ ਹੋ। ਤੁਮ ਤਨ, ਤੁਹਾਡਾ ਸਰੀਰ ਜਿਹੜਾ ਛੇਵੇਂ ਥਾਂ ਇਸ ਜੋਤ ਨੂੰ ਟਿਕਾ ਕੇ ਬੈਠਾ ਹੈ। ਪਾਰ ਬ੍ਰਹਮ ਕੀ ਜੋਤ ਗਹੀਲਾ। ਤੇ ਮਹਾਰਾਜ ਤੁਸੀਂ ਪੁੱਛਦੇ ਹੋ ਤੁਸੀਂ ਕਿਸ ਤਰ੍ਹਾਂ ਸਾਨੂੰ ਜਾਣਦੇ ਹੋ। ਤਾਂ ਬਾਬਾ ਆਨੰਦ ਜੀ ਕਹਿੰਦੇ ਅਸੀਂ ਇਸ ਤਰ੍ਹਾਂ ਤੁਹਾਨੂੰ ਜਾਣਦੇ ਹਾਂ, ਪਹਿਚਾਣਦੇ ਹਾਂ, ਮੰਨਦੇ ਹਾਂ ਕਿ ਤੁਸੀਂ ਅਕਾਲ ਪੁਰਖ ਪਰਮੇਸ਼ਰ ਦੀ ਮਹਾਨ ਜੋਤ ਦੇ ਮਾਲਕ ਹੋ। ਧਰਮ ਆਇਆ ਤਨ ਠਾਨਤ ਲੀਲਾ। ਤੇ ਇਕੱਲੇ ਮਾਲਕ ਹੀ ਨਹੀਂ ਹੋ, ਤੁਸੀਂ ਆਪ ਪਾਰ ਬ੍ਰਹਮ ਸਰੂਪ ਹੋ। ਤੁਸੀਂ ਇਹ ਮਾਇਆ ਧਾਰਨ ਕੀਤੀ ਹੋਈ ਹੈ, ਇਹ ਮਾਇਆ ਕਰਕੇ ਤੁਸੀਂ ਇਹ ਸਰੀਰ ਧਾਰਨ ਕੀਤਾ ਹੋਇਆ ਹੈ ਤੇ ਆ ਸਾਰੇ ਸੰਸਾਰ ਦੀ ਲੀਲਾ ਕਰਦੇ ਪਏ ਹੋ। ਕਰੋ ਚਰਿਤ੍ਰ ਬਚਿਤ੍ਰ ਉਦਾਰੇ। ਤੇ ਮਹਾਰਾਜ ਤੁਸੀਂ ਇਹ ਕਈ ਪ੍ਰਕਾਰ ਦੇ ਵਿਚਿੱਤਰ ਚਰਿੱਤਰ ਜਿਹੜੇ ਹਨ ਉਹ ਕਰ ਰਹੇ ਹੋ ਸਾਡੇ ਵਰਗੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ। ਨਰ ਹੈ ਰਤ ਪਰਮਤ ਹੈ ਸਾਰੇ। ਤੇ ਮਹਾਰਾਜ ਤੁਹਾਡੇ ਕੌਤਕ ਦੇਖ ਕੇ, ਤੁਹਾਡੇ ਚਰਿੱਤਰ ਦੇਖ ਕੇ ਆਮ ਮਨੁੱਖ ਜਿਹੜੇ ਨੇ ਉਹ ਸਾਰੇ ਭਰਮਤ ਹੋਏ ਪਏ ਨੇ। ਕੋਈ ਤੁਹਾਨੂੰ ਪਹਿਚਾਨ ਹੀ ਨਹੀਂ ਪਾਉਂਦਾ ਕਿ ਤੁਸੀਂ ਅਕਾਲ ਪੁਰਖ ਰੂਪ ਹੋ। ਬਸ ਤੁਹਾਡੀ ਕਿਸੇ ਨੂੰ ਪਹਿਚਾਨ ਹੀ ਨਹੀਂ ਹੋ ਰਹੀ, ਕੇਵਲ ਗੁਰੂ ਰੂਪ ਤੱਕ ਪਹਿਚਾਨਿਆ, ਪਰ ਕਿਸੇ ਇਹ ਨਾ ਪਹਿਚਾਨਿਆ ਕਿ ਨਿਰਗੁਣ ਤੇ ਸਰਗੁਣ ਥੀਆ। ਨਾਨਕ ਆਪੇ ਆਪ ਤੁਸੀਂ ਅਕਾਲ ਪੁਰਖ ਪਰਮੇਸ਼ਰ ਸਰੂਪ ਨੇ, ਸਰਗੁਣ ਸਰੂਪ ਧਾਰਨ ਕੀਤਾ। ਅਸੀਂ ਕਲਯੁਗੀ ਜੀਵ ਨਾ ਪਛਾਣ ਸਕੇ। ਜੇ ਮੈਂ ਨਟ ਬਾਜੀ ਪਾਏ ਦਿਖਾਵੇ। ਮਹਾਰਾਜ ਜਿਵੇਂ ਇੱਕ ਬਾਜੀਗਰ ਜਿਹੜਾ ਹੈ ਉਹ ਬਾਜੀ ਪਾ ਕਰਕੇ ਦਿਖਾਉਂਦਾ ਹੈ, ਅਚਰਜ ਕੋ ਦਿਖਾਏ ਪਰਮਾਵੇ। ਤੇ ਉਹਦੀਆਂ ਬਾਜੀਆਂ ਜਦੋਂ ਪਾਉਂਦਾ ਹੈ ਤੇ ਜਿਹੜੇ ਆਮ ਲੋਕ ਖੜੇ ਹੁੰਦੇ ਨੇ ਉਹਨਾਂ ਨੂੰ ਬਾਜੀਗਰ ਤਮਾਸ਼ਾ ਕਰਕੇ ਉਹਨਾਂ ਨੂੰ ਭਰਮਾ ਲੈਂਦਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਹੈ। ਪੁਨ ਤਿਹ ਸੇਵਕ ਨਿਕਟ ਜਮੂਰਾ। ਪਰ ਜਿਹੜਾ ਉਹਦਾ ਜਮੂਰਾ ਹੁੰਦਾ ਹੈ ਨਾ, ਜਿਹੜਾ ਬਾਜੀਗਰ ਦੇ ਨਾਲ ਰਹਿਣ ਵਾਲਾ ਕੋਈ ਲੜਕਾ ਹੁੰਦਾ ਹੈ, ਜਿਹੜਾ ਬਾਜੀਗਰ ਦੇ ਨਾਲ ਚੱਲਦਾ ਹੈ, ਦਿਨ ਰਾਤ ਉਹਦੇ ਨਾਲ ਰਹਿੰਦਾ ਹੈ, ਸਮਾਨ ਚੁੱਕਦਾ ਹੈ, ਬਾਜੀਗਰ ਤਮਾਸ਼ਾ ਦਿਖਾਉਂਦਾ, ਉਹਦੀ ਮਦਦ ਕਰਦਾ ਹੈ। ਤਾਂ ਬਾਬਾ ਆਨੰਦ ਜੀ ਕਹਿੰਦੇ ਮਹਾਰਾਜ ਜੀ ਜਿਹੜਾ ਜਮੂਰਾ ਬਾਜੀਗਰ ਦੇ ਨਾਲ ਰਹਿੰਦਾ ਹੁੰਦਾ ਹੈ, ਸੋ ਨਹਿ ਭਰਮਹਿ ਜਾਣਹਿ ਕੂਰਾ। ਉਹ ਨਹੀਂ ਭਰਮਦਾ। ਬਾਕੀ ਸਾਰੇ ਲੋਕ ਬਾਜੀਗਰ ਦਾ ਤਮਾਸ਼ਾ ਦੇਖ ਕੇ ਭਰਮ ਵਿੱਚ ਪੈ ਜਾਂਦੇ ਨੇ, ਚੱਕਰਿਤ ਹੋ ਜਾਂਦੇ ਵੀ ਕੀ ਹੋ ਰਿਹਾ, ਪਰ ਉਹਨੂੰ ਸਾਰੀ ਸੱਚਾਈ ਪਤਾ ਹੁੰਦੀ ਵੀ ਇਹ ਜੋ ਹੋ ਰਿਹਾ ਕੇਵਲ ਤਮਾਸ਼ਾ ਹੈ, ਅਸਲ ਵਿੱਚ ਬਾਜੀਗਰ ਦਾ ਇਹ ਰੂਪ ਹੈ ਨਹੀਂ ਹੈ। ਉਹ ਸਾਰਾ ਕੁਝ ਜਾਣਦਾ ਹੁੰਦਾ। ਕਿਉਂ? ਕਿਉਂਕਿ ਉਹ ਨੇੜੇ ਰਹਿੰਦਾ ਹੈ। ਤਿਉ ਨਿਜ ਦਾਸਨ ਕਰੁਣਾ ਧਰੋ। ਮਹਾਰਾਜ ਆਮ ਮਨੁੱਖ ਜਿਹੜੇ ਨੇ ਉਹ ਤਾਂ ਤਮਾਸ਼ਾ ਦੇਖਣ ਵਾਲੇ ਨੇ, ਉਹਨਾਂ ਨੂੰ ਤੁਹਾਡੇ ਬਾਰੇ ਕੀ ਪਤਾ। ਪਰ ਅਸੀਂ ਮਹਾਰਾਜ ਜਮੂਰਿਆਂ ਵਰਗੇ, ਅਸੀਂ ਤੁਹਾਡੇ ਨਾਲ ਰਹਿਣ ਵਾਲੇ ਹਾਂ, ਅਸੀਂ ਹਰ ਵਕਤ ਸੁਰਤ ਕਰਕੇ ਤੁਹਾਡੇ ਚਰਨਾਂ ਵਿੱਚ ਟਿਕੇ ਹੋਏ ਦਾਸ ਹਾਂ। ਸੋ ਜਾਣੈ ਜੈਸੇ ਬਿਦ ਕਰੋ। ਤੇ ਮਹਾਰਾਜ ਜਿਹੜੇ ਸੇਵਕ ਨਿਕਟਵਰਤੀ ਹੁੰਦੇ ਨੇ ਨਾ, ਉਹ ਆਪ ਜੀ ਜੋ ਵੀ ਵਿਧ ਅਪਣਾਉਂਦੇ ਹੋ, ਜੋ ਵੀ ਚੋਜ ਖੇਡ ਤਮਾਸ਼ਾ ਕਰਦੇ ਹੋ, ਉਹ ਦਾਸ ਸੇਵਕ ਸਮਝ ਲੈਂਦੇ ਨੇ। ਮਹਾਰਾਜ ਅਸੀਂ ਆਪ ਜੀ ਦੇ ਸਰੂਪ ਨੂੰ ਸਮਝਦੇ ਹਾਂ। ਹਮ ਜਾਣਹਿ ਮਾਇਆ ਤੇ ਪਰੈ। ਅਸੀਂ ਜਾਣਦੇ ਹਾਂ ਮਹਾਰਾਜ, ਸੰਸਾਰ ਕਹਿ ਦਿੰਦਾ ਹੈ ਕਿ ਤੁਸੀਂ ਮਾਇਆ ਵਿੱਚ ਹੋ। ਕਿਸੇ ਨੇ ਕਹਿ ਦਿੱਤਾ ਸੀ ਨਾ ਫਕੀਰ ਕੀ ਤੇ ਨਾਲ ਗ੍ਰਸਤੀ, ਇਹ ਫਕੀਰ ਨਹੀਂ ਹੋ ਸਕਦੇ। ਪਰ ਉਹ ਬੜੇ ਪਿਆਰ ਵਿੱਚ ਬਾਬਾ ਆਨੰਦ ਜੀ ਕਹਿੰਦੇ ਅਸੀਂ ਜਾਣਦੇ ਹਾਂ ਮਾਇਆ ਤੇ ਪਰੈ।
ਮਹਾਰਾਜ ਤੁਸੀਂ ਮਾਇਆ ਸੰਸਾਰ ਦੀ ਸਾਰੀ ਮਾਇਆ ਤੋਂ ਪਰੇ ਹੋ। ਤੁਮ ਅਲੰਭ ਹੋਏ ਜਗ ਕੋ ਕਰੈ। ਮਹਾਰਾਜ ਇਹ ਮਾਇਆ ਦੀ ਕੀ ਔਕਾਤ ਹੈ ਤੁਹਾਨੂੰ ਭਰਮਿਤ ਕਰ ਲਵੇ। ਇਹ ਤਾਂ ਤੁਮ ਅਲੰਭ ਹੋਏ, ਇਹ ਤਾਂ ਸੰਸਾਰ, ਇਹ ਮਾਇਆ ਤੁਹਾਡੇ ਆਸਰੇ ਤੇ ਖੜੀ ਹੋਈ ਹੈ। ਨਿਰਵਿਕਾਰ ਗੁਣਹੀਨ ਅਲੇਪ। ਤੇ ਤੁਸੀਂ ਮਹਾਰਾਜ ਨਿਰਬੇਕਾਰ, ਵਿਕਾਰਾਂ ਤੋਂ ਰਹਿਤ ਹੋ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਤੋਂ ਰਹਿਤ ਹੋ। ਤੁਮਰੇ ਮਹਿ ਵਿਸਥਾਰ ਸੰਛੇਪ। ਇਹ ਸਾਰਾ ਸੰਸਾਰ ਜਿਹੜਾ ਨਾ ਇਹ ਤੁਹਾਡੇ ਵਿੱਚੋਂ ਹੀ ਇਹ ਵਿਸਥਾਰ ਕਰਦਾ ਹੈ ਤੇ ਤੁਹਾਡੇ ਵਿੱਚ ਹੀ ਸਮਾ ਜਾਂਦਾ ਹੈ। ਸਭ ਮੈਂ ਵਿਆਪਕ ਸਭ ਤੇ ਨਿਆਰੇ। ਮਹਾਰਾਜ ਤੁਸੀਂ ਸਾਰਿਆਂ ਦੇ ਵਿੱਚ ਵਿਆਪਕ ਹੋ ਤੇ ਮਹਾਰਾਜ ਸਾਰਿਆਂ ਤੋਂ ਨਿਆਰੇ ਹੋਏ ਅਸੀਂ ਜਾਣਦੇ ਹਾਂ। ਸਾਖੀ ਰੂਪ ਬਸੈ ਜਗ ਸਾਰੇ। ਤੇ ਤੁਸੀਂ ਸਾਰੇ ਸੰਸਾਰ ਦੇ ਸਾਖੀ ਰੂਪ ਹੋ ਕਰਕੇ ਵਸੇ ਹੋਏ ਹੋ। ਕਰਤਾ ਵਰਤਾ ਹਰਤਾ ਏਕ। ਤੇ ਮਹਾਰਾਜ ਤੁਸੀਂ ਇਹ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ, ਇਹਨੂੰ ਪਾਲਣ ਵਾਲੇ ਹੋ ਤੇ ਇਹਦਾ ਨਾਸ਼ ਕਰਨ ਵਾਲੇ ਹੋ। ਵਿਦ ਪ੍ਰਪੰਚ ਕੇ ਜਲਦ ਵਿਵੇਕ। ਤੇ ਮਹਾਰਾਜ ਆ ਜਿਹੜਾ ਜਲਦ ਵਿਵੇਕ, ਆ ਜਿਹੜਾ ਪ੍ਰਪੰਚ, ਆ ਸਾਰੀ ਸ੍ਰਿਸ਼ਟੀ ਦਾ ਰਚਿਆ, ਇਹ ਸਾਰੇ ਨੂੰ ਰਚਣ ਵਾਲੇ ਕੇਵਲ ਇੱਕ ਤੁਸੀਂ ਹੋ। ਤੁਮ ਬਿਨ ਅਪਰ ਨ ਦੂਸਰ ਮਾਨੈ। ਮਹਾਰਾਜ ਅਸੀਂ ਤੁਹਾਡੇ ਤੋਂ ਬਿਨਾ ਕਿਸੇ ਦੂਜੇ ਨੂੰ ਨਹੀਂ ਮੰਨਦੇ ਆ। ਤੁਸੀਂ ਹੀ ਸੰਸਾਰ ਦੇ ਰਚੈਤਾ ਹੋ, ਤੁਸੀਂ ਹੀ ਅਕਾਲ ਪੁਰਖ ਰੂਪ ਹੋ। ਸਭ ਕੋ ਜਾਨੋ ਏਮ ਹਮ ਜਾਣੈ। ਤੇ ਮਹਾਰਾਜ ਤੁਸੀਂ ਸਾਰਿਆਂ ਨੂੰ ਜਾਣਦੇ ਹੋ, ਕਣ ਕਣ ਦੇ ਵਿਆਪਕ, ਅੰਦਰ ਵਿਆਪਕ ਹੋ। ਤੇ ਮਹਾਰਾਜ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਅਦਭੁਤ ਕਹਿਓ ਨ ਜਾਏ ਚਰਿਤ੍ਰ। ਬਸ ਬਾਕੀ ਮਹਾਰਾਜ ਇਹ ਹੈ ਕਿ ਤੁਹਾਡੇ ਚਰਿੱਤਰ ਨੇ, ਇਹ ਤੁਹਾਡੀਆਂ ਖੇਡਾਂ ਨੇ, ਹੈਰਾਨੀ ਨਾਲ ਭਰੀਆਂ ਨੇ। ਇਹਨੂੰ ਸੰਸਾਰ ਦੇ ਆਮ ਅਲਪੱਗ ਜੀਵ ਨਹੀਂ ਜਾਣ ਸਕਦੇ। ਕਹਨ ਸੁਨਨ ਤੇ ਹੋਏ ਪਵਿੱਤਰ। ਤੇ ਬਸ ਮਹਾਰਾਜ ਇੰਨਾ ਹੈ ਕਿ ਜੋ ਤੁਹਾਡੇ ਗੁਣਾਂ ਨੂੰ ਕਹਿੰਦਾ ਹੈ ਤੇ ਜੋ ਤੁਹਾਡੇ ਗੁਣਾਂ ਨੂੰ ਸਰਵਣ ਕਰਦਾ ਹੈ, ਕਹਿਣ ਤੇ ਸੁਣਨ ਵਾਲਾ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ। ਇਮ ਆਨੰਦ ਤੇ ਸੁਨ ਕਰ ਕਾਨੇ। ਇਸ ਤਰ੍ਹਾਂ ਬਾਬਾ ਆਨੰਦ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਸਰੂਪ ਨੂੰ ਵਰਣਨ ਕੀਤਾ। ਹਜੂਰ ਪਾਤਸ਼ਾਹ ਜੀ ਨੇ ਜਦੋਂ ਆਪਣੇ ਮੁਬਾਰਕ ਸਰਵਣਾ ਕੰਨਾਂ ਨਾਲ ਸੁਣਿਆ ਤਾਂ ਸ੍ਰੀ ਗੁਰ ਹਰਗੋਬਿੰਦ ਮੁਸਕਾਨੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰੇਮ ਵਿੱਚ ਆ ਕੇ ਮੁਸਕਰਾ ਪਏ ਹਨ। ਤੁਮ ਆਨੰਦ ਹੋ ਲਹਿਓ ਆਨੰਦ। ਸਾਹਿਬ ਕਹਿੰਦੇ ਤੁਸੀਂ ਆਨੰਦ ਹੋ ਤੇ ਤੁਸੀਂ ਆਨੰਦ ਅਵਸਥਾ ਨੂੰ ਹੀ ਪ੍ਰਾਪਤ ਕੀਤਾ। ਵਾਕਈ ਤੁਹਾਡੇ ਅੰਦਰ ਆਨੰਦ ਹੈ। ਸੋ ਜਸ ਬਿਲੰਦ ਸੰਪੂਰਨ ਚੰਦ। ਤੇ ਤੁਸੀਂ ਸਾਰੇ ਸ੍ਰੇਸ਼ਟ ਜਸ ਦੇ ਨਾਲ ਭਰੇ, ਜਿਵੇਂ ਚੰਦਰਮਾ ਪੂਰਨਮਾਸ਼ੀ ਦਾ ਪੂਰਾ ਹੈ, ਇਸ ਤਰ੍ਹਾਂ ਤੁਸੀਂ ਆਨੰਦ ਦੇ ਸਾਰੇ ਗੁਣਾਂ ਦੇ ਅੰਦਰ ਸ੍ਰੇਸ਼ਟ ਜਸ ਵਿੱਚ ਪਰਿਪੂਰਨ ਹੋ। ਕੋਨ ਸਭ ਸੰਗਤ ਮਹਿਨਰ ਫੇਰਾ। ਫਿਰ ਹਜੂਰ ਪਾਤਸ਼ਾਹ ਨੇ ਇੱਕ ਸਿੱਖ ਨੂੰ ਹੁਕਮ ਕੀਤਾ, ਕਹਿੰਦੇ ਸਾਰੀ ਸੰਗਤ ਦੇ ਵਿੱਚ ਵਿਚਰਨਾ ਕਰ, ਫਿਰਨਾ ਕਰ, ਇੱਕ ਚੱਕਰ ਮਾਰਨਾ ਕਰ। ਸਭ ਅਕੋਰ ਆਨਹੁ ਇਸ ਬੇਰਾ। ਤੇ ਸਾਰੀ ਸੰਗਤ ਨੂੰ ਸਾਡਾ ਹੁਕਮ ਸੁਣਾਓ ਕਿ ਜੋ ਵੀ ਸੰਗਤਾਂ ਸਾਡੇ ਵਾਸਤੇ ਕੋਈ ਭੇਟਾਵਾਂ ਲੈ ਕੇ ਆਈਆਂ ਨੇ, ਜਿਨ੍ਹਾਂ ਨੇ ਅਰਪਣ ਕਰ ਦਿੱਤੀਆਂ ਨੇ, ਉਹਨਾਂ ਨੂੰ ਵੀ ਹੁਕਮ ਸੁਣਾਓ ਕਿ ਤੁਸੀਂ ਹੋਰ ਮਾਇਆ ਜਿਹੜੀ ਹੈ, ਤੇ ਜਿਨ੍ਹਾਂ ਨੇ ਨਹੀਂ ਅਰਪਣ ਕੀਤਾ ਉਹਨਾਂ ਨੂੰ ਵੀ ਹੁਕਮ ਸੁਣਾਓ। ਸ੍ਰੀ ਆਨੰਦ ਕੀ ਪੂਜ ਚੜਾਵੋ। ਕਿ ਸਾਰੀਆਂ ਭੇਟਾਵਾਂ ਲਿਆ ਕੇ ਉਹ ਸ਼੍ਰੀ ਆਨੰਦ ਬਾਬਾ ਆਨੰਦ ਜੀ ਦੇ ਚਰਨਾਂ ਵਿੱਚ ਭੇਟਾ ਕਰ ਦੇਣੀਆਂ ਕਰੋ। ਫਲ ਆਨੰਦ ਹੀ ਜਿਸ ਤੇ ਪਾਵੋ। ਤੇ ਸਾਹਿਬ ਕਹਿੰਦੇ ਇਹਨਾਂ ਤੋਂ ਪਤਾ ਤੁਹਾਨੂੰ ਕੀ ਮਿਲੇਗਾ। ਜਿਹੜੀਆਂ ਸੰਗਤਾਂ ਬਾਬਾ ਆਨੰਦ ਜੀ ਦੇ ਚਰਨਾਂ 'ਚ ਭੇਟਾਵਾਂ ਲਿਆ ਕੇ ਅਰਪਣ ਕਰਨਗੀਆਂ, ਇਹਨਾਂ ਤੋਂ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਸੁਨ ਗੁਰ ਆਗਿਆ ਕੋ ਸਭ ਆਏ। ਤੇ ਸਿੱਖ ਨੇ ਗੁਰੂ ਕੀ ਆਗਿਆ ਪਾ ਕੇ ਸਾਰੀ ਸੰਗਤ ਵਿੱਚ ਵਿਚਰ ਕੇ ਹੁਕਮ ਸੁਣਾ ਦਿੱਤਾ। ਆਖਰ ਗੁਰੂ ਹੁਕਮ ਹੈ ਤਾਂ ਸਾਰੀਆਂ ਸੰਗਤਾਂ ਉੱਠ ਕੇ ਭੇਟਾਵਾਂ ਲੈ ਕੇ ਆ ਗਈਆਂ। ਅਨੇਕ ਉਪਾਇਨ ਕੋ ਅਰਪਾਏ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ, ਕਿਸੇ ਨੇ ਵਸਤਰ, ਕਿਸੇ ਨੇ ਮਾਇਆ, ਕਿਸੇ ਨੇ ਗਹਿਣਾ, ਬਾਬਾ ਆਨੰਦ ਜੀ ਦੇ ਚਰਨਾਂ ਵਿੱਚ ਲਿਆ ਰੱਖੀਆਂ। ਮਾਇਆ ਬ੍ਰਿੰਦ ਚੜੀ ਕੋ ਹੇਰ। ਤੇ ਬਹੁਤ ਮਾਇਆ ਦਾ ਢੇਰ ਲੱਗ ਗਿਆ। ਜਦੋਂ ਬਾਬਾ ਆਨੰਦ ਜੀ ਨੇ ਸਾਰਾ ਕੁਝ ਵੇਖਿਆ ਤਾਂ ਕਹਿਓ ਆਨੰਦ ਭਗਤ ਜੀ ਫੇਰ। ਤੇ ਬਾਬਾ ਆਨੰਦ ਜੀ ਜੋ ਭਗਤੀ ਸਰੂਪ ਵਿੱਚ ਹਨ, ਬੜੇ ਆਨੰਦ ਵਿੱਚ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਯਹ ਪੂਜਾ ਸਭ ਤੁਮੈ ਸੁਹਾਤ। ਕਹਿੰਦੇ ਮਹਾਰਾਜ ਜੀ ਆ ਜਿਹੜੀਆਂ ਪੂਜਾ ਹੈ ਨਾ, ਆ ਜਿਹੜੀਆਂ ਪੂਜਾ ਦਾ ਧਾਨ ਹੈ, ਆ ਜਿਹੜੀਆਂ ਪੂਜਾ ਦੀਆਂ ਭੇਟਾਵਾਂ ਨੇ, ਮਹਾਰਾਜ ਜੀ ਤੁਹਾਨੂੰ ਹੀ ਸ਼ੋਭਦੀਆਂ ਹਨ। ਜਗ ਗੁਰ ਸਮਰਥ ਹੋ ਸਭ ਭਾਂਤ। ਕਿਉਂਕਿ ਤੁਸੀਂ ਸਰਬ ਪ੍ਰਕਾਰ ਕਰਕੇ ਸਮਰੱਥ ਹੋ, ਇਹ ਮਾਇਆ ਤੁਹਾਡੇ ਤੇ ਅਸਰ ਨਹੀਂ ਪਾ ਸਕਦੀ। ਰੂਪ ਦਰਿਦ੍ਰ ਹਮੈ ਦਿਖ ਪਰੈ। ਪਰ ਮਹਾਰਾਜ ਜੀ ਜਿਹੜੀ ਮਾਇਆ ਹੈ ਨਾ, ਜਿਸ ਦੇ ਪਿੱਛੇ ਜੱਗ ਕਮਲਾ ਆ ਫਿਰਦਾ, ਮਹਾਰਾਜ ਇਹ ਸਾਨੂੰ ਦਲਿੱਦਰ ਰੂਪ ਦਿਸਦੀ ਹੈ। ਇਸ ਕਰਕੇ ਸਾਨੂੰ ਇਸ ਮਾਇਆ ਨਾਲ ਕੋਈ ਮੋਹ ਨਹੀਂ ਹੈ। ਨਹਿ ਕਬਹੂ ਕਰ ਛੂਵਨ ਕਰੈ। ਤੇ ਮਹਾਰਾਜ ਅਸੀਂ ਤਾਂ ਇਸ ਮਾਇਆ ਨੂੰ ਕਦੀ ਛੂਹਿਆ ਹੀ ਨਹੀਂ ਹੈ,
ਕਿਉਂਕਿ ਇਹ ਦਲਿੱਦਰ ਰੂਪ ਹੈ। ਦੁਨੀਆ ਉਦਮ ਕਰਦੀ ਇਹਨੂੰ ਪ੍ਰਾਪਤ ਕਰਨ ਲਈ, ਪਰ ਸਾਡੇ ਲਈ ਇਹ ਦਲਿੱਦਰ ਰੂਪ ਹੈ। ਅਸੀਂ ਨਾ ਅੱਜ ਤੱਕ ਇਹਨੂੰ ਹੱਥ ਲਾਇਆ ਤੇ ਨਾ ਇਹਨੂੰ ਲਾਵਾਂਗੇ। ਸੁਨ ਗੁਰ ਭਨਿਓ ਅਬੈ ਇਹੋ ਲੀਜੈ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਨਹੀਂ ਬਾਬਾ ਆਨੰਦ ਜੀ, ਇਸ ਵਕਤ ਸਾਡਾ ਬਚਨ ਮੰਨ ਕੇ ਲੈ ਲੈਣਾ ਕਰੋ। ਨਿਜ ਕਰ ਤੇ ਕਿਸ ਹੂੰ ਬਖਸੀਜੈ। ਤੁਸੀਂ ਇੰਜ ਕਰੋ, ਜੇ ਤੁਸੀਂ ਨਹੀਂ ਵੀ ਲੈਣੀ ਤਾਂ ਇੱਕ ਵਾਰ ਪ੍ਰਵਾਨ ਕਰ ਲਓ, ਬਾਕੀ ਆਪਣੇ ਹੱਥਾਂ ਦੇ ਨਾਲ ਜੋ ਵੀ ਤੁਹਾਨੂੰ ਚੰਗਾ ਲੱਗਦਾ ਕਿਸੇ ਹੋਰ ਨੂੰ ਦੇ ਦਿਓ, ਪਰ ਤੁਸੀਂ ਲੈਣੀ ਜ਼ਰੂਰ ਕਰੋ। ਤਬ ਆਨੰਦ ਨਹਿ ਬਾਕ ਹਟਾਇਓ। ਫਿਰ ਗੁਰੂ ਕਾ ਬਚਨ ਸੀ ਤਾਂ ਬਾਬਾ ਆਨੰਦ ਜੀ ਨੇ ਮੋੜਨਾ ਨਾ ਕੀਤਾ। ਮਾਨ ਸਿੰਘ ਕੋ ਨਿਕਟ ਬੁਲਾਇਓ। ਉਸ ਵਕਤ ਇੱਕ ਮਾਨ ਸਿੰਘ ਗੁਰੂ ਕਾ ਸਿੱਖ ਸੀ, ਇੱਕ ਭਾਈ ਮਾਨ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਹੋਏ ਨੇ, ਇੱਕ ਇਹ ਭਾਈ ਮਾਨ ਸਿੰਘ ਸਿੱਖ ਸੀ। ਉਸ ਵਕਤ ਕੋਲ ਖੜਾ ਸੀ ਤੇ ਬਾਬਾ ਆਨੰਦ ਜੀ ਨੇ ਉਹਦੇ ਵੱਲ ਦੇਖ ਬੁਲਾ ਕਰਕੇ ਧਨ ਦੇ ਕਰ ਸਮਝਾਏ ਸੁਨਾਇਓ। ਤੇ ਸਾਰਾ ਧਨ ਜਿਹੜਾ ਉਹਨੂੰ ਦੇ ਕਰਕੇ ਸਮਝਾ ਕਰਕੇ ਕਹਿਣ ਲੱਗੇ, ਏ ਸੁਤ ਬਿਤ ਲਿਹੋ ਭੋਗ ਪਗਾਇਓ। ਕਹਿੰਦੇ ਹੇ ਪੁੱਤਰ ਜੀ ਇੰਜ ਕਰੋ, ਇਹ ਸਾਰਾ ਕੁਝ ਲਓ ਤੇ ਲੈ ਕਰਕੇ ਇਹਨੂੰ ਭੋਗਣਾ ਮੰਨਣਾ ਕਰੋ। ਸੁਖ ਪਾਵੋ ਤੁਮ ਲੇਖ ਸੋ ਮਾਥੇ। ਤੇ ਇਹ ਸਾਰਾ ਕੁਝ ਤੁਹਾਡੇ ਮਸਤਕ ਦੇ ਲੇਖ ਨੇ, ਇਹ ਪਦਾਰਥ ਤੁਸੀਂ ਲਓ ਤੇ ਇਹਨਾਂ ਨੂੰ ਵਰਤ ਕੇ ਸੁਖ ਪਾਉਣਾ ਕਰੋ। ਮਨ ਭਾਵਤ ਭੋਗੋ ਤਨ ਸਾਥੇ। ਇਸ ਤਰ੍ਹਾਂ ਮਨ ਪਾਉਂਦਾ ਧਨ ਜਿਹੜਾ ਸੀ ਬਾਬਾ ਆਨੰਦ ਜੀ ਨੇ ਫਿਰ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ ਤੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦਾ ਬਚਨ ਜਿਹੜਾ ਸੀ ਉਹ ਵੀ ਕਮਾ ਲਿਆ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਬੇਅੰਤ ਉਸਤਤ ਵਡਿਆਈ ਜਿਹੜੀ ਉਹ ਫਿਰ ਬਾਬਾ ਆਨੰਦ ਜੀ ਨੇ ਕੀਤੀ। ਤੇ ਫਿਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਤੋਂ ਅਸੀਸਾਂ ਥਾਪੜੇ ਬਖਸ਼ਿਸ਼ਾਂ ਲੈ ਕੇ ਕਈ ਦਿਨ ਬਾਬਾ ਆਨੰਦ ਜੀ ਫਿਰ ਹਜੂਰ ਪਾਤਸ਼ਾਹ ਕੋਲ ਰਹੇ ਤੇ ਫਿਰ ਬੜੇ ਸਨਮਾਨ ਅਦਬ ਦੇ ਨਾਲ ਹਜੂਰ ਪਾਤਸ਼ਾਹ ਜੀ ਨੇ ਵਿਦਾਇਗੀ ਦਿੱਤੀ। ਉਸੇ ਤਰ੍ਹਾਂ ਫਿਰ ਪਾਲਕੀ ਤੇ ਸਵਾਰ ਹੋ ਕੇ ਵਾਪਿਸ ਗੋਇੰਦਵਾਲ ਸਾਹਿਬ ਆਏ ਤੇ ਇਤਿਹਾਸ ਨੇ ਲਿਖਿਆ ਲੰਬੇਰਾ ਸਮਾਂ ਉਹ ਪਾਲਕੀ ਜਿਹੜੀ ਸੀ ਗੋਇੰਦਵਾਲ ਸਾਹਿਬ ਸੰਗਤਾਂ ਦੇ ਦਰਸ਼ਨਾਂ ਹਿੱਤ ਰਹੀ। ਉਸ ਤੋਂ ਬਾਅਦ ਉਹ ਕਿੱਧਰ ਗਈ ਉਹ ਗੁਰੂ ਜਾਣੇ, ਉਹ ਪੰਥ ਜਾਣੇ। ਸੋ ਇਸ ਤਰ੍ਹਾਂ ਬਾਬਾ ਆਨੰਦ ਜੀ ਨੂੰ ਗੁਰੂ ਨੇ ਅਸੀਸਾਂ ਬਖਸ਼ਿਸ਼ ਕੀਤੀਆਂ। ਸੋ ਇੱਥੇ ਪ੍ਰਸੰਗ ਤਕਰੀਬਨ ਸੰਪੂਰਨ ਹੈ, ਸਮਾਂ ਵੀ ਸੰਪੰਨ ਹੈ। ਭੁੱਲਾਂ ਦੀ ਖਿਮਾ, ਹਜੂਰ ਸਮੱਤ ਦੀ ਦਾਤ ਬਖਸ਼ ਨਿਵਾਜਣਾ ਕਰਨ। ਕੇਤਕ ਦਿਨ ਰਾਖੇ ਪੁਨ ਪਾਸ। ਪਾਂਤ ਪਾਂਤ ਕੇ ਬਾਕ ਪ੍ਰਕਾਸ਼। ਸੁਨ ਕਹਿ ਬਿਦਾ ਭਏ ਜੋ ਆਨੰਦ। ਕਰੇ ਪਰਸ ਪਰ ਮਹਦ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਿਮਾਣਿਆਂ ਦੇ ਮਾਰਨੇ ਤਾਣਿਆਂ ਦੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹਜੂਰ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।